हजारों बरस नरगिस अपनी बेनूरी पे रोती है, बड़ी मुश्किल से होता है चमन में दीदावर पैदा। ऐसे शेर, ऐसे लफ्ज़, ऐसे अल्फाज जिन्हां महान शख्सियतां दे लई वरते जाते ने कि सदियां दे विच कोई इहो जिहा पैदा हुंदा है। अज असीं ऐसी ही एक शख्सियत के बारे गल करन जा रहे हैं। शायद सूरज नूं दीवा दिखाण वाली भी ये गल कह सकते हैं आपां। ये गल इउं भी कह सकते हैं कि बड़े बड़े सियासतदान, पॉलिटिशियंस या ब्यूरोक्रेट्स, उन्हां दा भी नाम इन्नी देर तक नहीं चमकदा जिन्नी देर तक अज जिस शख्सियत का असीं जिक्र करन जा रहे हैं उन्हां दा नाम चमकदा है। अज बड़ी ही मायनाज शख्सियत का जिहदा जिक्र है, उहदा जिक्र और उहदे बारे गल करन दे लई भी साडे कोल एक ओडी ही वड्डी शख्सियत, उन्हां वर्गी ही शख्सियत मौजूद है जिन्हां ने अणथक मेहनत दे नाल और बाकायदा प्रैक्टिकल लाइफ दे विच वो करके दिखाया है, जिन्हों किताबां दे विच पढ़ना तो आसान है पर हकीकत दे विच उतारना मुश्किल है। अज पहले तो मैं ये जिक्र करना दस दियाँ भी साडे कोल अज मौजूद ने आप प्रोफैसर डॉक्टर अनूप वत्सी, आप प्रिंसीपल DAV कॉलेज नकोदर तो साडे कोल पहुँचे ने। डॉक्टर साहब पहले तो बहुत बहुत स्वागत। दूरदर्शन दे विहड़े दे विच तुहाडा हुण अपना घर है जी जी, और बहुत धन्यवाद जी। असीं गाहे बगाहे तुहाडे तो सेध लैण दे लई और तुहाडे मूंहों ये जानण दे लई कि जिस शख्सियत दे बारे असीं गल करन जा रहे हैं उहदे बारे तुहाडे तो बेहतर कोई दस नहीं सकता। अज असीं रविंद्रनाथ टैगोर जी दे बारे गल करन जा रहे हैं जी। टैगोर अपने आप दे विच किड्डा वड्डा लफ्ज़, किड्डा खास नाम। टैगोर दे बारे लगभग हर स्कूल दे विच कोई ना कोई हाउस भी है, कोई ना कोई लिटरेचर क्लब भी है और न सिर्फ भारत बल्कि पूरी दुनिया दे विच उन्हां दा नाम जी जाणिया जाता है जी। सो जदों एडी वड्डी शख्सियत की असीं गल करिए तो फिर वो समझ नहीं आता भी तंद कित्थों शुरू करिए। पर जिद्दां कि रवायत है जी कि असीं कहने आ भी एक महान शख्सियत दा असीं बचपन जी पहले ਉਹਦੇ ਤੇ ਨਜ਼ਰ ਮਾਰੀਏ जी ਕਿ ਬਚਪਨ 'ਚ ਕੀ ਉਹ ਆਮ ਬੱਚਿਆਂ ਵਾਂਗੀ ਸੀ ਜਾਂ ਕਿੱਦਾਂ ਸੀ, ਤੇ ਉੱਥੋਂ ਆਪਾਂ ਸ਼ੁਰੂਆਤ ਕਰਦੇ ਹਾਂ ਕਿ ਟੈਗੋਰ ਸਾਹਿਬ ਦਾ ਜੀਵਨ ਫਲਸਫਾ। ਜੀ ਬਲਵਿੰਦਰ ਜੀ, ਤੁਸੀਂ ਬਹੁਤ ਇੰਟਰੋਡਕਸ਼ਨ 'ਚ ਬਹੁਤ ਖੂਬਸੂਰਤ ਅਲਫਾਜ਼ਾਂ ਦੇ ਵਿੱਚ ਟੈਗੋਰ ਸਾਹਿਬ ਨੂੰ ਸਮ ਅਪ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸ਼ਾਇਦ ਉਹਨਾਂ ਦਾ ਜੀਵਨ ਔਰ ਦਰਸ਼ਨ ਇੰਨਾ ਵੱਡਾ ਔਰ ਉੱਚਾ ਹੈ ਕਿ ਸ਼ਾਇਦ ਅਸੀਂ ਉਹਨੂੰ ਸ਼ਬਦਾਂ ਦੀ ਔਰ ਸਮੇਂ ਦੀ ਸੀਮਾਵਾਂ ਦੇ ਵਿੱਚ ਬਹੁਤ ਸੁਚੱਜੇ ਢੰਗ ਦੇ ਕਹਿਣ ਦੀ ਕੋਸ਼ਿਸ਼ ਤਾਂ ਕਰ ਸਕਦੇ ਹਾਂ, ਲੇਕਿਨ ਆਪਣੇ ਉਪਰਾਲੇ 'ਚ ਕਿੰਨੇ ਕੁ ਸਫਲ ਹੁੰਦੇ ਆ ਇਹ ਤਾਂ ਸਮਾਂ ਦੱਸੂਗਾ। ਮਈ ਦਾ ਮਹੀਨਾ ਬੜਾ ਮੁਕੱਦਸ ਮਹੀਨਾ ਹੈ, ਜਿੱਥੇ ਰੈੱਡ ਕਰਾਸ ਦਾ ਡੇ 8 ਮਈ ਨੂੰ ਆਉਂਦਾ ਹੈ। ਉਸ ਤੋਂ ਇੱਕ ਦਿਨ ਪਹਿਲਾਂ ਹੀ 7 ਮਈ ਨੂੰ ਬੜਾ ਉਹ ਭਾਗਾਂ ਵਾਲਾ ਦਿਨ ਸੀਗਾ ਜਿਸ ਦਿਨ ਰਵਿੰਦਰਨਾਥ ਟੈਗੋਰ ਜੀ ਦਾ ਜਨਮ ਜੋੜਾ ਸਾਕੂ ਮਹੱਲਾ ਹੈ ਕਲਕੱਤਾ ਦੇ ਵਿੱਚ, ਉੱਥੇ ਹੋਇਆ। ਔਰ ਜਿਵੇਂ ਕਿ ਹੁੰਦਾ ਕਿ ਬਚਪਨ ਦੇ ਵਿੱਚ ਸਭ ਤੋਂ ਪਹਿਲੀ ਗੱਲ ਕੀਤੀ ਜਾਂਦੀ ਹੈ ਕਿ ਜਿਸ ਪਰਿਵਾਰ 'ਚ ਕੋਈ ਬੱਚਾ ਜਨਮ ਲੈਂਦਾ ਉਹ ਪਰਿਵਾਰ ਦਾ ਪਿਛੋਕੜ ਕੀ ਸੀਗਾ, ਪਰਿਵਾਰ ਦਾ ਅਕਾਦਮਿਕ ਜਾਂ ਸਮਾਜਿਕ ਜਾਂ ਰਾਜਨੀਤਿਕ ਪੱਧਰ ਕੀ ਸੀਗਾ। ਉਹ ਜਾਣ ਕੇ ਤੁਹਾਨੂੰ ਖੁਸ਼ੀ ਵੀ ਹੋਊਗੀ ਔਰ ਮੈਨੂੰ ਵੀ ਸਰੋਤਿਆਂ ਦੇ ਨਾਲ, ਦਰਸ਼ਕਾਂ ਦੇ ਨਾਲ ਸਾਂਝ ਕਰਕੇ ਬਹੁਤ ਅੱਛਾ ਲੱਗ ਰਿਹਾ ਕਿ ਜਿਸ ਪਰਿਵਾਰ ਦੇ ਵਿੱਚ ਰਵਿੰਦਰਨਾਥ ਟੈਗੋਰ ਜੀ ਦਾ ਜਨਮ ਹੋਇਆ ਇੱਕ ਸਧਾਰਨ ਪਰਿਵਾਰ ਨਹੀਂ ਸੀਗਾ। ਅੱਛਾ, ਬਹੁਤ ਵੱਡਾ ਪਰਿਵਾਰ ਸੀਗਾ, ਪੜ੍ਹਿਆ ਲਿਖਿਆ ਪਰਿਵਾਰ ਸੀਗਾ। ਪੜ੍ਹਨ ਲਿਖਣ ਤੋਂ ਬਾਅਦ ਬਹੁਤ ਨੇਕ ਦਿਲ ਪਰਿਵਾਰ ਸੀਗਾ। ਇਹਨਾਂ ਦਾ ਆਪਣਾ ਜਿਹੜਾ ਫਾਦਰ ਸਾਹਿਬ ਸੀਗੇ ਦਵਿੰਦਰਨਾਥ ਟੈਗੋਰ, ਉਹ ਇੱਕ ਬਹੁਤ ਨੇਕ ਦਿਲ ਇਨਸਾਨ, ਰੱਬ ਤੋਂ ਡਰ ਕੇ ਕੰਮ ਕਰਨ ਵਾਲੇ, ਮਾਨਵਤਾ ਦੀ ਸੇਵਾ ਕਰਨ ਵਾਲੇ। ਬ੍ਰਹਮੋ ਸਮਾਜ ਦੀ ਜਿਹੜੀ ਸਥਾਪਨਾ ਰਾਜਾ ਰਾਮ ਮੋਹਨ ਰਾਏ ਨੇ ਕੀਤੀ ਸੀ, ਬੰਗਾਲ ਦੀ ਜਿਹੜੀ ਇਕਾਈ ਸੀ ਉਹਦੇ 'ਚ ਬਹੁਤ ਐਕਟਿਵ ਇਹਨਾਂ ਦਾ ਰੋਲ ਸੀਗਾ ਦਵਿੰਦਰਨਾਥ ਠਾਕੁਰ ਜੀ ਦਾ। ਔਰ ਇਹਨਾਂ ਦਾ ਲਗਭਗ 13-14 ਕਿਤੇ ਜ਼ਿਕਰ ਹੈ, ਕਿਤੇ 15 ਬੱਚਿਆਂ ਦਾ ਵੀ ਜ਼ਿਕਰ ਹੈ। ਔਰ ਇਹ ਆਖਰੀ ਤੋਂ ਪਹਿਲੇ ਵਾਲੇ ਬੱਚੇ ਸੀਗੇ, ਇਹ ਸਭ ਤੋਂ ਛੋਟੇ ਬੱਚੇ ਸੀਗੇ। ਇਸ ਕਰਕੇ ਸਭ ਤੋਂ ਛੋਟੇ ਹੋਣ ਦੇ ਕਾਰਨ ਜੋ ਛੋਟੇ ਹੋਣ ਦੇ ਨਫੇ ਨੁਕਸਾਨ ਸੀਗੇ ਉਹ ਸਾਰੇ ਇਹਨਾਂ ਨੇ ਝੱਲੇ। ਅੱਛਾ, ਤੇ ਮਾਤਾ ਦਾ ਨਾਮ ਸ਼ਾਰਦਾ ਦੇਵੀ ਸੀਗਾ। ਔਰ ਦੇਖੋ ਜੇ ਆਪਾਂ ਮਾਂ ਬਾਪ ਦੇ ਨਾਮਾਂ ਦੀ ਗੱਲ ਕਰੀਏ, ਕਿਤੇ ਦੇਵੇਂਦਰ ਜਿਹਨੇ ਆਪਣੇ ਇੰਦਰੀਆਂ ਦਾ ਦੇਵ ਹੈ, ਤੇ ਮਾਂ ਸ਼ਾਰਦਾ ਜਿਹਦਾ ਕਿ ਸਰਸਵਤੀ ਦਾ ਦੂਸਰਾ ਉਪਨਾਮ ਹੈ। ਤੇ ਉਹ ਦੋਨੋਂ ਹੀ ਗੁਣ ਰਵਿੰਦਰਨਾਥ ਟੈਗੋਰ ਦੇ ਵਿੱਚ ਬਚਪਨ ਤੋਂ ਹੀ ਪੈਦਾਇਸ਼ੀ DNA ਦੇ ਵਿੱਚ ਸੀਗੇ। ਤੇ ਇਹ ਖੂਬਸੂਰਤ ਅਹਿਸਾਸ ਦੇ ਨਾਲ ਰਵਿੰਦਰਨਾਥ ਟੈਗੋਰ ਦਾ ਜਨਮ ਉਸ ਪਰਿਵਾਰ 'ਚ ਹੋਇਆ। ਪਰਿਵਾਰ ਦੇ ਵਿੱਚ ਜਿਵੇਂ ਦੱਸਿਆ ਕਿ ਜੋ ਸਭ ਤੋਂ ਛੋਟੇ ਹੋਣ ਦੇ ਨਾਤੇ ਬਹੁਤ ਕੁਝ ਸਿੱਖਣ ਨੂੰ ਸਹਿਜ ਮਿਲ ਗਿਆ ਇਹਨਾਂ ਦੇ ਵਿੱਚ। ਪਰਿਵਾਰ ਦੇ ਵਿੱਚ ਜਿਹੜੇ ਵੱਡੇ ਬ੍ਰਦਰ ਸੀਗੇ ਉਹ ਇੱਕ ਸਿਸਟਰ ਸੀਗੀ। ਮਾਤਾ ਜੀ ਸ਼ਾਇਦ ਇਹਨਾਂ ਦੇ ਬਚਪਨ 'ਚ
ਪੂਰੇ? ਹਾਂ, ਬਚਪਨ 'ਚ ਨਹੀਂ, ਲੇਕਿਨ 13-14 ਸਾਲ ਦੀ ਆਯੂ 'ਚ ਪੂਰੇ ਹੋਏ। ਅੱਛਾ। ਲੇਕਿਨ ਬੱਚੇ ਜਿਹੜੇ ਇਹਨਾਂ ਦੇ ਬੜੇ ਬ੍ਰਦਰ ਔਰ ਇੱਕ ਸਿਸਟਰ ਖਾਸ ਕਰਕੇ, ਜਿਹੜੇ ਕੋਈ ਬ੍ਰਦਰ ਜਿਹੜਾ ਹੈਗਾ ਬੈਰਿਸਟਰ ਵੀ ਰਿਹਾ, ਕੋਈ ਬ੍ਰਦਰ IAS ਵੀ ਰਿਹਾ, ਕੋਈ ਬ੍ਰਦਰ ਟੀਚਿੰਗ 'ਚ ਰਿਹਾ। ਇਹ ਸਾਰੇ ਕੁਝ ਕੋਈ ਇੱਕ ਬਹੁਤ ਅੱਛਾ ਰਾਈਟਰ ਵੀ ਰਿਹਾ ਹੈ। ਇਹ ਸਾਰੇ ਗੁਣ ਜੋ ਟੈਗੋਰ ਜੀ ਦੀ ਪਰਸਨੈਲਿਟੀ ਵਿੱਚ ਸਾਨੂੰ ਦੇਖਣ ਨੂੰ ਮਿਲਦੇ ਆ, ਉਹ ਐਕਚੁਅਲੀ ਉਹਨਾਂ ਦੇ ਪਰਿਵਾਰ ਦੇ ਜਿਹੜੇ ਅੱਡ ਅੰਸ਼ ਸੀਗੇ, ਉਹਦੇ 'ਚ ਕਿਸੇ 'ਚ ਜੋ ਗੁਣ ਸੀਗਾ, ਇਹਨਾਂ ਨੇ ਉਹਨੂੰ ਆਪਣੇ ਗ੍ਰਹਿਣ ਕਰ ਲਿਆ। ਵਾਹ ਵਾਹ। ਤੇ ਇਹ ਇੱਕ ਬਚਪਨ ਖੁਸ਼ਗਵਾਰ ਮਾਹੌਲ ਦੇ ਵਿੱਚ ਸੀਗਾ। ਲੇਕਿਨ ਦੂਸਰੇ ਪਾਸੇ ਬਚਪਨ ਦਾ ਦੂਸਰਾ ਪਹਿਲੂ ਵੀ ਬੜਾ ਖੂਬਸੂਰਤ ਹੈ ਕਿ ਜਿਵੇਂ ਦੱਸਿਆ ਕਿ ਫਾਦਰ ਸਾਹਿਬ ਜਿਹੜੇ ਬ੍ਰਹਮ ਸਮਾਜ ਦੇ ਕੰਮ ਕਾਜ ਦੇ ਵਿੱਚ ਇੰਨੇ ਲੀਨ ਰਹਿੰਦੇ ਸੀ ਕਿ ਘਰੋਂ ਦੂਰ ਹੀ ਰਹਿੰਦੇ ਸੀ, ਤੋਰੇ ਫੇਰੇ ਤੇ ਜਿੱਦਾਂ। ਔਰ ਬੜੇ ਜਿਹੜੇ ਪਰਿਵਾਰ ਦੇ ਜਿਹੜੇ ਬਾਕੀ ਬੱਚੇ ਸੀਗੇ, ਬੜੇ ਬ੍ਰਦਰ ਵਗੈਰਾ, ਕੋਈ ਇੰਪਲੋਇਡ ਸੀਗਾ, ਕੋਈ ਕਿਸੇ ਸ਼ਹਿਰ, ਕੋਈ ਕਿਸੇ ਸ਼ਹਿਰ, ਤੇ ਇਹਨਾਂ ਦਾ ਜਿਹੜਾ ਅਪਬ੍ਰਿੰਗਿੰਗ ਦਾ ਜਿਹੜਾ ਜ਼ਿੰਮੇਵਾਰੀ ਸੀਗੀ ਇਹਨੂੰ ਪਾਲਣ ਪੋਸ਼ਣ ਦੀ, ਉਹ ਜ਼ਿਆਦਾ ਨੌਕਰਾਂ ਦੇ ਸਿਰ ਸੀਗੀ, ਕਿਉਂਕਿ ਪਰਿਵਾਰ ਸਮਰਿੱਧ ਸੀਗਾ, ਪੈਸੇ ਦੀ ਕੋਈ ਘਾਟ ਨਹੀਂ ਸੀਗੀ, ਔਰ ਇਸ ਕਰਕੇ ਇਹਨਾਂ ਦੀ ਨੌਕਰ ਜਿਹੜੀ ਅਪਬ੍ਰਿੰਗਿੰਗ ਹੈਗੀ ਹੈ, ਔਰ ਜਿਵੇਂ ਤੁਸੀਂ ਦੇਖੇ ਬਚਪਨ ਮਾਤਾ ਜੀ ਦੀ ਡੈਥ ਵੀ ਜਲਦੀ ਹੋਈ, ਤੇ ਨੌਕਰਾਂ ਦੀ ਦੇਖਭਾਲ 'ਚ ਹੋਈ, ਔਰ ਬੜਾ ਅਨੁਸ਼ਾਸਨ ਦੇ ਵਿੱਚ ਹੋਈ ਹੈ। ਨੌਕਰਾਂ ਨੇ ਇਹਨੂੰ ਆਲਮੋਸਟ ਜਿਵੇਂ ਇੱਕ ਪਰਿਵਾਰ ਦਾ ਸਦੱਸ ਹੋਣ ਦੇ ਕਾਰਨ ਬਹੁਤ ਬੁਲੀ ਵੀ ਕੀਤਾ, ਲੇਕਿਨ ਚੰਡਿਆ ਵੀ ਬਹੁਤ। ਸੋ ਲਗਭਗ ਤੁਸੀਂ ਬੜੇ ਖੂਬਸੂਰਤ ਤਰੀਕੇ ਦੇ ਨਾਲ ਬਚਪਨ ਨੂੰ ਬਿਆਨ ਕਰ ਦਿੱਤਾ ਕਿ ਸਭ ਚੀਜ਼ਾਂ ਭਾਵੇਂ ਸਭ ਕੁਝ ਸੀ, ਪਰ ਮਾਂ ਦਾ ਪਿਆਰ ਤਾਂ ਮਾਂ ਦਾ ਪਿਆਰ। ਬਿਲਕੁਲ। ਉਸ ਵਿਗੋਚੇ ਦੇ ਵਿੱਚੋਂ ਵੀ ਸ਼ਾਇਦ ਉਹ ਕਹਿੰਦੇ ਨੇ ਲੱਗੀਆਂ ਦੇ ਦੁੱਖ ਚੰਦਰੇ ਕਹਿ ਲਓ, ਜਾਂ ਸ਼ਾਇਦ ਕੁਝ ਸੱਟ ਇਹੋ ਜਿਹੀ ਰੱਬ ਦਿੰਦਾ ਵੀ ਜਿਹਦੇ ਨਾਲ ਉਹ ਲੇਖਣੀ 'ਚ ਆ ਜਾਂਦੀ ਹੈ ਤਾਕਤ। ਬਹਰਹਾਲ ਉਹ ਕੀ ਸੀ ਉਹ ਤਾਂ ਹੌਲੀ ਹੌਲੀ ਬਿਆਨ ਕਰਾਂਗੇ ਆਪਾਂ। ਇਹ ਹੋ ਗਿਆ ਇੱਕ ਬਚਪਨ ਦਾ ਪੜਾਅ, ਜਿੱਥੋਂ ਅਸੀਂ ਉਹਨਾਂ ਦੇ ਦੇਖਿਆ ਵੀ ਕਿਸ ਤਰੀਕੇ ਦੀ ਪਰਿਵਾਰ ਸੀਗਾ, ਕਿਸ ਤਰੀਕੇ ਦੇ ਨਾਲ ਉਹਨਾਂ ਦੇ ਪਰਿਵਾਰ 'ਚ ਪਰਵਰਿਸ਼ ਹੋਈ। ਹੁਣ ਅਜਨੇ ਵੀ ਬਚਪਨ ਤੋਂ ਬਾਅਦ ਆ ਗਈ, ਅਸੀਂ ਜਵਾਨੀ ਦੀ ਗੱਲ ਕਰਦੇ ਹਾਂ। ਜਵਾਨੀ ਬੜੀ ਮਸਤਾਨੀ, ਪਰ ਕੀ ਜਵਾਨੀ ਵਾਕਈ ਮਸਤਾਨੀ ਸੀ, ਜਾਂ ਜਵਾਨੀ ਦੇ ਵਿੱਚ ਵੀ ਉਹਨਾਂ ਦੀ ਸੋਚ ਔਰ ਉਹਨਾਂ ਦਾ ਕੁਝ ਹੋਰ ਸੀ ਦੇਖਣ ਦਾ? ਸਵਾਲ ਬੜਾ ਖੂਬਸੂਰਤ ਹੈ, ਕਿਉਂਕਿ ਜਿਸ ਕਿਸਮ ਦਾ ਵਿਅਕਤਿਤਵ ਜਿਸ ਗੱਲ ਕਰ ਰਹੇ ਹਾਂ, ਉਹਦੀ ਜਵਾਨੀ ਵੀ ਬਚਪਨ ਵੀ ਉਹਦਾ ਅਗਲੀ ਉਹ ਬਿਲਕੁਲ ਨਿਵੇਕਲਾ ਹੀ ਸੀਗਾ, ਬਿਲਕੁਲ ਦੁਨੀਆ ਤੋਂ ਅੱਡ ਸੀ। ਉਹ ਜਵਾਨੀ ਤੋਂ ਪਹਿਲਾਂ ਗੱਲ ਮੈਨੂੰ ਲੱਗਦਾ ਸਿੱਖਿਆ ਦੀ ਕਰਨੀ ਚਾਹੀਦੀ ਹੈ, ਕਿਉਂਕਿ ਉਹ ਇੱਕ ਅਹਿਮ ਰੋਲ ਹੁੰਦਾ ਹੈ ਕਿ ਬਚਪਨ ਦੇ ਬਾਅਦ ਜਦ ਬੱਚਾ ਕਿਤੇ ਸਕੂਲ ਕਾਲਜ ਪੜ੍ਹਨ ਜਾਂਦਾ, ਉਹਦਾ ਬੜਾ ਇੱਕ ਅਹਿਮ ਰੋਲ ਹੁੰਦਾ ਜਵਾਨੀ 'ਚ ਬਣਾਉਣ ਵਾਸਤੇ। ਇਹਨਾਂ ਦੇ ਬੜਾ ਖੂਬਸੂਰਤ ਔਰ ਬੜਾ ਵਿਚਿੱਤਰ ਜਿਹੜਾ ਹੈਗਾ ਤੱਥ ਹੈ ਇਹਨਾਂ ਦੀ ਜ਼ਿੰਦਗੀ ਦਾ, ਕਿ ਇਹਨਾਂ ਨੇ ਜਿਹੜੀ ਰਸਮੀ ਸਿੱਖਿਆ ਸੀਗੀ ਉਹਦਾ ਹਮੇਸ਼ਾ ਵਿਦਰੋਹ ਹੀ ਕੀਤਾ। ਜਦ ਇਹਨਾਂ ਤੋਂ ਬੜੇ ਔਰ ਇਹਨਾਂ ਦੇ ਕੁਝ ਕਜ਼ਨਸ ਔਰ ਇਹਨਾਂ ਤੋਂ ਬੜੇ ਬੱਚੇ ਸਕੂਲ ਜਾਂਦੇ, ਤੇ ਉਸ ਟਾਈਮ ਤਾਂ ਤਾਂਗ ਸੀ ਮੈਂ ਸਕੂਲ ਜਾਵਾਂ, ਲੇਕਿਨ ਸਕੂਲ ਜਿਵੇਂ ਜਿਵੇਂ ਸਕੂਲ ਗਏ, ਹਰ ਸਕੂਲ ਦੇ ਵਿੱਚ ਬਹੁਤ ਜਲਦੀ ਉੱਥੇ ਜ਼ਿਆਦਾ ਟਿਕੇ ਨਹੀਂ, ਔਰ ਬਹੁਤ ਜਲਦੀ ਉੱਥੋਂ ਵਾਪਸ ਆ ਗਏ। ਉੱਥੇ ਸੈਮੀਨਰੀ ਸਕੂਲ ਸੀਗਾ, ਇੱਕ ਅੰਗਰੇਜ਼ੀ ਸਕੂਲ ਸੀਗਾ, ਬੰਗਾਲ ਅਕਾਦਮੀ ਸੀਗੀ, ਅੱਡ-ਅੱਡ ਸਕੂਲਾਂ ਦੇ ਵਿੱਚ ਇਹਨਾਂ ਨੂੰ ਦਾਖਲਾ ਕਰਾਇਆ ਗਿਆ, ਲੇਕਿਨ ਇਹ ਸਕੂਲ 'ਚ ਟਿਕੇ ਨਹੀਂ, ਕਿਉਂਕਿ ਇਹਨਾਂ ਦਾ ਜਿਹੜਾ ਸੁਤੰਤਰ ਜਿਹੜਾ ਰਹਿਣ ਦਾ ਇੱਕ ਅੰਦਰ ਇੱਕ ਤਾਂਘ ਸੀਗੀ, ਉਹ ਸਕੂਲ ਦੀ ਦੀਵਾਰਾਂ ਦੀ ਬੰਦਿਸ਼ ਦੇ ਵਿੱਚ ਖਾਸ ਕਿਸਮ ਦਾ ਸਿਲੇਬਸ ਪੜ੍ਹਨਾ ਔਰ ਉਹਨੂੰ ਪੜ੍ਹਾਉਣ ਦਾ ਖਾਸ ਕਰਕੇ ਇੱਕ ਜਿਹੜਾ ਟ੍ਰੈਡੀਸ਼ਨਲ ਤਰੀਕਾ ਸੀ, ਉਹ ਇਹਨਾਂ ਨੂੰ ਪਸੰਦ ਨਹੀਂ ਆਇਆ। ਇਸ ਕਰਕੇ ਹਮੇਸ਼ਾ ਬਾਗੀ ਹੀ ਰਹੇ। ਲੇਕਿਨ ਹਮੇਸ਼ਾ ਜਦ ਟੀਚਰ ਪੜ੍ਹਾ ਸਕੂਲ ਦੇ ਵਿੱਚ ਗਏ ਤੇ ਟੀਚਰ ਨੂੰ ਪੁੱਛਿਆ ਕਿ ਵੀ ਆ ਜਿਹੜਾ ਬੱਦਲਾਂ ਦਾ ਨੀਲਾ ਰੰਗ ਹੈ, ਇਸ ਤੋਂ ਪਰੇ ਕੀ ਹੈ, ਜਿਸ ਦਾ ਸਵਾਲ ਟੀਚਰ ਦੇ ਕੋਲ ਜਵਾਬ ਨਹੀਂ ਮਿਲਿਆ ਉਹਨੂੰ। ਉਹਨੇ ਕਿਹਾ ਨਹੀਂ, ਇਹ ਤਾਂ ਸਾਡਾ ਅੱਖਾਂ ਦਾ ਭਰਮ ਹੈਗਾ, ਥੋੜੀ ਦੂਰ ਦੇ ਬਾਅਦ ਦਿਖਣਾ ਬਦਲ ਜਾਂਦਾ, ਨੀਲਾ ਰੰਗ ਹੈਗਾ। ਲੇਕਿਨ ਇਹ ਉਹਨਾਂ ਨੂੰ ਸੈਟਿਸਫਾਈ ਨਹੀਂ ਕਰ ਪਾਏ। ਇਹ ਕਹਿੰਦੇ ਬੱਦਲਾਂ ਦੇ ਪਾਰ ਜਿਹੜਾ ਨੀਲਾ ਰੰਗ ਦਾ ਬਦਲ ਦੇ ਪਾਰ ਜਾਣਾ ਚਾਹੁੰਦਾ। ਜਦ ਸਕੂਲ ਦੇ ਵਿੱਚ ਇਦਾਂ ਦੀ ਗੱਲਾਂ ਹੁੰਦੀਆਂ ਸੀ, ਇਸ ਕਰਕੇ ਸਕੂਲ ਵਾਲੇ ਵੀ ਹੱਥ ਖੜੇ ਕਰ ਦਿੰਦੇ ਸੀ। ਇਹ ਘਰ ਹੀ ਫਿਰ ਪੜ੍ਹੇ, ਇਹਨਾਂ ਦਾ ਪੜ੍ਹਨ ਪੜ੍ਹਾਉਣ ਦਾ ਜਿਹੜਾ ਸਾਰਾ ਜੋ ਪ੍ਰਬੰਧ ਹੈ ਫਿਰ ਘਰ ਕੀਤਾ ਗਿਆ। ਚਾਹੇ ਉਹ ਪਰੰਪਰਿਕ ਸਿੱਖਿਆ ਸੀਗੀ, ਚਾਹੇ ਉਹ ਪੇਂਟਿੰਗ ਦੀ ਸਿੱਖਿਆ ਸੀ, ਚਾਹੇ ਮਿਊਜ਼ਿਕ ਦੀ ਸਿੱਖਿਆ ਸੀ, ਚਾਹੇ ਅਲੱਗ ਭਾਸ਼ਾਵਾਂ ਦੀ ਸਿੱਖਿਆ ਸੀਗੀ। ਇਹ ਇੱਕ ਬੜਾ ਇਹਨਾਂ ਦੀ ਪਰਸਨੈਲਿਟੀ ਦਾ ਤੱਥ ਹੈ ਕਿ ਫਾਰਸੀ ਵੀ ਜਾਣਦੇ ਸੀ, ਅੰਗਰੇਜ਼ੀ ਵੀ ਜਾਣਦੇ ਸੀ, ਬੰਗਲਾ ਵੀ ਜਾਣਦੇ ਸੀ, ਹਿੰਦੀ ਵੀ ਜਾਣਦੇ ਸੀਗੇ। ਉਹ ਸਾਰਿਆਂ ਦੇ ਸਾਰੇ ਪ੍ਰਬੰਧ ਜਿਹੜੇ ਆ ਘਰ 'ਚ ਕੀਤੇ ਗਏ। ਇਸ ਕਰਕੇ ਇਹਨਾਂ ਦੀ ਜਿਹੜੀ ਤੁਸੀਂ ਜਵਾਨੀ ਦੀ ਗੱਲ ਕੀਤੀ, ਜਵਾਨੀ ਵੀ ਡਿਫਰੈਂਟ ਕਿਸਮ ਦੀ ਸੀਗੀ। ਜਵਾਨੀ 'ਚ ਆਮ ਤੌਰ 'ਤੇ ਜਿਸ ਬੰਦਾ ਖੋਇਆ ਰਹਿੰਦਾ, ਆਪਣੇ ਇੱਕ ਰੋਜ਼ੀ ਪਿਕਚਰ ਹੁੰਦੀ ਹੈ ਦੁਨੀਆ ਦੀ, ਆਪਣੇ ਬਾਰੇ ਵਿੱਚ ਆਪਣਾ ਇੱਕ ਮਾਨ, ਬੜੇ ਮੁਗਾਲਤੇ ਵੀ ਹੁੰਦੇ ਆ। ਇਹਨਾਂ ਦਾ ਸੀਗਾ ਕਿ ਮੈਂ ਜ਼ਿੰਦਗੀ ਦੀਆਂ ਜਿਹੜੀਆਂ ਮੁੱਢਲੀਆਂ ਗੱਠਾਂ ਲੱਗੀਆਂ ਹੋਈਆਂ ਉਹਨਾਂ ਨੂੰ ਖੋਲਣਾ ਹੈਗਾ। ਜ਼ਿੰਦਗੀ ਦੇ ਜਿਹੜੇ ਡੂੰਘੇ ਰਹੱਸ ਨੇ, ਜ਼ਿੰਦਗੀ ਕੀ ਹੈ, ਮੈਂ ਇੱਥੇ ਆਇਆ, ਮੈਂ ਇੱਥੇ ਕਿਉਂ ਆਇਆ, ਮੇਰਾ ਆਉਣ ਦਾ ਪਰਪਸ ਕੀ ਹੈ, ਜਿਹੜੇ ਅਸਤਿਤਵਵਾਦ ਦੇ ਨਾਲ ਜੂਝਣਾ ਸੀਗਾ, ਉਹ ਜਵਾਨੀ ਦੇ ਵਿੱਚ ਇਹਨਾਂ ਨੇ ਉਹ ਕੰਮ ਕੀਤਾ। ਜਿੱਥੇ ਕਿ ਨਹੀਂ ਤਾਂ ਆਮ ਤੌਰ ਤੇ ਬੈਠ ਕੇ ਪੋਇਟ ਸੀਗੇ, ਬਹੁਤ ਰੂਹਾਨੀ ਗੀਤ ਵੀ ਲਿਖ ਸਕਦੇ ਸੀਗੇ, ਲੇਕਿਨ ਲਿਖੇ ਗੀਤ, ਲੇਕਿਨ ਗੀਤ ਦੇ ਵਿੱਚ ਜਿਹੜਾ ਆਪਣਾ ਮਹਿਬੂਬ ਬਣਾਇਆ, ਉਹ ਖੁਦਾ ਨੂੰ ਬਣਾਇਆ, ਉਸ ਕਾਇਨਾਤ ਨੂੰ ਬਣਾਉਣ ਵਾਲਾ ਉਸ ਨੂੰ ਬਣਾਇਆ, ਔਰ ਉਸ ਦੇ ਨਾਲ ਮਨੁੱਖੀ ਰਿਸ਼ਤੇ ਕੀ ਸੀਗੇ
ਉਹ ਮਨੁੱਖੀ ਰਿਸ਼ਤਿਆਂ ਨੂੰ ਆਪਣੀ ਕਵਿਤਾਵਾਂ ਦੇ ਰਾਹੀਂ ਪੂਰੀ ਦੁਨੀਆ ਦੇ ਵਿੱਚ ਪਹੁੰਚਾਇਆ। ਆਪਣੀ ਭਾਰਤੀ ਸੰਸਕ੍ਰਿਤੀ ਦਾ ਜਿਹੜਾ ਕੋਈ ਸਪਿਰਿਚੁਅਲ ਜਿਹੜਾ ਅਧਿਆਤਮਿਕ ਪੱਖ ਹੈ ਉਹਨੂੰ ਦੁਨੀਆ ਦੇ ਵਿੱਚ ਪਹੁੰਚਾਉਣ ਵਾਸਤੇ ਇਹ ਕੰਮ ਜਵਾਨੀ ਵਿਦੇਸ਼ ਟੈਗੋਰ ਸਾਹਿਬ ਔਰ ਇਦਾਂ ਦੇ ਸ਼ੌਕ ਸੀ ਉਹਨਾਂ ਦੇ, ਮਤਲਬ ਸ਼ੌਕ ਵੀ ਇਸ ਤਰ੍ਹਾਂ ਦੇ ਸੀਗੇ, ਸ਼ੌਕ ਪੇਂਟਿੰਗ ਕਰਨਾ। ਜਿਹੜੀ ਗੱਲ ਮੈਂ ਕਿਹਾ ਕਿ ਜਿੱਥੇ ਘਰ ਦੇ ਵਿੱਚ ਆਲਮੋਸਟ ਕੈਦ ਹੀ ਸੀਗੇ, ਪਿਤਾ ਮਾਤਾ ਦਾ ਜ਼ਿਆਦਾ ਰੋਲ ਨਹੀਂ ਸੀਗਾ, ਪਿਤਾ ਬਾਹਰ ਰਹਿੰਦੇ ਸੀ, ਨੌਕਰਾਂ ਨੇ ਬੜਾ ਸਖਤ ਅਨੁਸ਼ਾਸਨ 'ਚ ਰੱਖਿਆ ਸੀਗਾ। ਆਪਣੇ ਘਰੋਂ ਬਾਹਰ ਦੇਖਦੇ ਸੀਗੇ ਤੇ ਬਹੁਤ ਖੂਬਸੂਰਤ ਇੱਕ ਝੀਲ ਜੀ ਨਜ਼ਰ ਆਉਂਦੀ ਸੀ, ਸੀਗਾ ਟੋਭਾ ਹੀ ਉਹ, ਲੇਕਿਨ ਝੀਲ ਨਜ਼ਰ ਆਉਂਦੀ ਸੀ, ਉਹਦੇ 'ਚ ਕਈ ਕਿਸਮ ਦੇ ਪੰਛੀ ਆ ਕੇ ਜਦ ਬੈਠਦੇ ਸੀ, ਉਹ ਉਹਨਾਂ ਦੇ ਨਾਲ ਗੱਲਾਂ ਕਰਨਾ, ਇਦਾਂ ਦੇ ਸ਼ੌਕ ਸੀਗੇ। ਇਹਨਾਂ ਦੀ ਸਿਸਟਰ ਵੀ ਮੈਂ ਸੁਣਿਆ ਕਿ ਉਹ ਡਰਾਮਾ ਸਿਸਟਰ ਇਹਨਾਂ ਦਾ ਬੜਾ ਇੰਪੋਰਟੈਂਟ ਰੋਲ ਰਿਹਾ ਉਹਨਾਂ ਨੂੰ, ਇਹਨੂੰ ਟ੍ਰੇਨ ਕਰਨ ਦੇ ਵਿੱਚ, ਇਹਨਾਂ ਨੂੰ ਐਜੂਕੇਟ ਕਰਨ ਦੇ ਵਿੱਚ। ਔਰ ਜਿਹੜੀ ਅਸਲੀ ਪਰਸਨੈਲਿਟੀ ਜਿਹੜਾ ਵਿਅਕਤਿਤਵ ਬਣਿਆ ਕਿ ਖੋਜ ਕਰਨਾ, ਵਾਈ, ਲਰਨ ਯੂਅਰ ਵਾਈ, ਜਿਹੜੀ ਕਿਤਾਬ ਕਿਸੇ ਅੰਗਰੇਜ਼ੀ ਦਾਰਸ਼ਨਿਕ ਨੇ ਲਿਖੀ, ਉਹ ਇਹਨਾਂ ਦੀ ਜ਼ਿੰਦਗੀ ਦਾ ਫਲਸਫਾ ਹੈਗਾ ਕਿ ਵਾਈ ਨੂੰ ਮੈਂ ਲੱਭਣਾ ਹੈਗਾ। ਤੇ ਇਸ ਮਾਹੌਲ ਦੇ ਵਿੱਚ ਬੜੇ ਵੱਡੇ ਹੋਏ, ਪੈਦਾ ਹੋਏ ਔਰ ਜਵਾਨੀ ਇਸ ਤਰ੍ਹਾਂ ਨਾਲ ਬੀਤੀ। ਹੁਣ ਮੈਂ ਲੇਟਰ ਏਜ ਦੇ ਵਿੱਚ ਤਾਂ ਮੈਂ ਨਹੀਂ ਜਾਵਾਂਗਾ ਜੀ, ਕਿਉਂਕਿ ਪ੍ਰੋਗਰਾਮ ਦਾ ਸਮਾਂ ਥੋੜ੍ਹਾ ਹੈ ਔਰ ਮੇਰੇ ਕੋਲ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਕੋਲੋਂ ਅਸੀਂ ਜਾਣਨੀਆਂ ਨੇ। ਜੀ, ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਅਹਿਮ ਪੜਾਅ ਆਉਂਦੇ ਨੇ ਜਿਹੜੇ ਇਤਿਹਾਸ ਬਣ ਜਾਂਦੇ ਨੇ, ਯਾਦਗਾਰ ਬਣ ਜਾਂਦੇ ਨੇ, ਸੁਨਹਿਰੀ ਅੱਖਰਾਂ 'ਚ ਦਰਜ ਹੋ ਜਾਂਦੇ ਨੇ। ਇਹਨਾਂ ਦੀ ਜ਼ਿੰਦਗੀ ਤਾਂ ਭਰੀ ਪਈ ਹੈ, ਪਰ ਮੈਂ ਸ਼ੁਰੂਆਤ ਕਰਨਾ ਚਾਹਾਂਗਾ ਵੀ ਇੱਕ ਪੜਾਅ ਇਹੋ ਜਿਹਾ ਸੀ ਜਦੋਂ ਇਹ ਪੰਜਾਬ ਔਰ ਪੰਜਾਬ ਦਾ ਕਨੈਕਸ਼ਨ, ਉਹ ਪਲੀਜ਼ ਪਹਿਲੇ ਆਪਾਂ ਉਹਦੇ ਬਾਰੇ ਜ਼ਿਕਰ ਕਰੀਏ। ਬਿਲਕੁਲ ਠੀਕ ਹੈ। ਇੱਦਾਂ ਦੀਆਂ ਜਿਹੜੀ ਸ਼ਖਸੀਅਤਾਂ ਹੁੰਦੀਆਂ ਨੇ ਉਹਨਾਂ ਦੀ ਜ਼ਿੰਦਗੀ 'ਚ ਜਿਹੜੇ ਪੜਾਅ ਹੈ ਜਾਂ ਟਰਨਿੰਗ ਪੁਆਇੰਟਸ ਆਉਂਦੇ ਨੇ, ਔਰ ਇਹਨਾਂ ਦੀ ਜ਼ਿੰਦਗੀ 'ਚ ਉਹ ਟਰਨਿੰਗ ਪੁਆਇੰਟਸ ਬਹੁਤ ਜਲਦੀ ਆਏ, ਬਹੁਤ ਜਲਦੀ ਆਏ। 11 ਸਾਲ ਦੇ ਸੀਗੇ ਪਿਤਾ ਜੀ, ਕਿਉਂਕਿ ਘੁਮੱਕੜ ਸੀਗੇ ਔਰ ਆਪਣੇ ਕੰਮ ਕਾਜ ਦੇ ਸਿਲਸਿਲੇ 'ਚ ਹਮੇਸ਼ਾ ਬਾਹਰ ਰਹਿੰਦੇ ਸੀਗੇ। ਇੱਕ ਦਿਨ ਵੈਸੇ ਪੁੱਛਿਆ ਕਿ ਮੈਂ ਹਿਮਾਲय ਜਾ ਰਿਹਾ ਹਾਂ, ਤੂੰ ਮੇਰੇ ਨਾਲ ਜਾਣਾ ਪਸੰਦ ਕਰੂੰਗਾ? ਤੇ ਇਹ ਤਾਂ ਕਿਉਂਕਿ ਕੈਦ 'ਚ ਲੱਗਦੀ ਸੀ ਇਹਨਾਂ ਨੂੰ, ਸਕੂਲ ਵੀ ਕੈਦ ਲੱਗਦਾ ਸੀ, ਘਰ 'ਚ ਵੀ ਕੈਦ ਸੀ, ਅਨੁਸ਼ਾਸਨ ਬਹੁਤ ਸੀਗਾ, ਤੇ ਇਹਨਾਂ ਨੂੰ ਹੋਰ ਕੀ ਚਾਹੀਦਾ ਸੀਗਾ। ਤੇ ਇਹਨਾਂ ਨੂੰ ਵਿਸ਼ਵਾਸ ਵੀ ਨਹੀਂ ਹੋਇਆ। ਔਰ ਪਿਤਾ ਜੀ ਦੇ ਕਿਉਂਕਿ ਬਹੁਤ ਛੋਟੇ ਸੀਗੇ, ਬਹੁਤ ਵੱਡਾ ਗੈਪ ਸੀਗਾ, ਪਿਤਾ ਜੀ ਦੇ ਸਾਹਮਣੇ ਗੱਲਬਾਤ ਕਰਨਾ ਵੀ ਇਹਨਾਂ ਦੇ ਅੰਦਰ ਜ਼ਰੂਰੀ ਨਹੀਂ ਸੀਗਾ ਔਰ ਨਾ ਹੀ ਇਹਨਾਂ ਦਾ ਹੌਸਲਾ ਸੀਗਾ। ਲੇਕਿਨ ਜਦ ਪਿਤਾ ਜੀ ਨੇ ਪੁੱਛਿਆ ਕਿ ਬਾਹਰ ਜਾਣਾ ਹੈ ਔਰ ਮੈਂ ਹਿਮਾਲय ਦੀ, ਤੇ ਇਹਨਾਂ ਤਾਂ ਖੰਭ ਲੱਗ ਗਏ। ਤੇ ਇਸ ਤੋਂ ਕੁਝ ਦਿਨ ਪਹਿਲਾਂ ਹੀ ਇਹਨਾਂ ਦਾ ਇੱਕ ਕਜ਼ਨ ਔਰ ਇੱਕ ਬੜਾ ਬ੍ਰਦਰ ਦੋਨੋਂ ਬਾਹਰ ਹੋ ਕੇ ਆਏ ਸੀ, ਗੱਡੀ ਦਾ ਪਹਿਲਾ ਸਫ਼ਰ ਕਰਕੇ ਆਏ ਸੀ। ਤੇ ਉਹਨੇ ਸਾਰੀ ਗੱਲ ਦੱਸੀ ਕਿ ਰੇਲ ਗੱਡੀ ਕਿਵੇਂ ਬੈਠਣਾ, ਕਿੱਦਾਂ ਫੜ ਕੇ ਰੱਖਣਾ, ਝਟਕਾ ਲੱਗੇ ਬਾਹਰ ਗਿਰ ਸਕਦਾ, ਛੋਟੀ ਛੋਟੀ ਜਿਵੇਂ ਬਚਪਨ ਦੀ ਗੱਲਾਂ ਹੁੰਦੀਆਂ। ਤੇ ਉਹ ਇਹਨਾਂ ਦੇ ਅੰਦਰ ਬੜੀ ਤਾਂਘ ਸੀ, ਉਤਸ਼ਾਹ ਸੀਗਾ ਕਿ ਮੈਂ ਵੀ ਕਾਸ਼ ਉਹ ਸਫ਼ਰ ਕਰ ਸਕਾਂ। ਸ਼ਾਇਦ ਆਕਾਸ਼ 'ਚ ਪੱਖੀ ਪੰਛੀ ਵਾਂਗੂ ਤਾਂ ਨਾ ਉੱਡ ਸਕਾਂ, ਲੇਕਿਨ ਬਹੁਤ ਤੇਜ਼ ਨਾਲ ਦੌੜ ਸਕਦਾ। ਤੇ ਜਦ ਪਿਤਾ ਜੀ ਨੇ ਇਹ ਗੱਲ ਕੀਤੀ ਤੇ ਇਹ ਸਹਿਜ ਹੀ ਤਿਆਰ ਹੋ ਗਏ, ਨਵੇਂ ਕੱਪੜੇ ਸਿਲਵਾਏ, ਟੋਪੀ, ਕੋਟ, ਪੈਂਟ ਸਭ, ਔਰ ਪਿਤਾ ਜੀ ਦੇ ਨਾਲ ਫਿਰ ਗਏ ਔਰ ਹਿਮਾਲय ਦੇ ਵਿੱਚ ਘੁੰਮਦੇ ਫਿਰਦੇ, ਦਾਰਜਲਿੰਗ, ਦਿਸ ਦੈਟ। ਔਰ ਜਿਹੜੀ ਪੰਜਾਬ ਕਨੈਕਸ਼ਨ ਦੀ ਗੱਲ ਹੈ, ਉਸ ਟਰਨਿੰਗ ਪੁਆਇੰਟ ਦਾ ਜਿਹੜਾ ਅਹਿਮ ਹਿੱਸਾ ਸੀ ਉਸ ਯਾਤਰਾ ਦਾ, ਉਸ ਯਾਤਰਾ ਦੇ ਵਿੱਚ ਹੀ ਉਹ ਪੰਜਾਬ ਪਹੁੰਚੇ ਔਰ ਅੰਮ੍ਰਿਤਸਰ ਆਏ। ਔਰ ਲਗਭਗ ਔਨ ਰਿਕਾਰਡ ਹੈ ਕਿ ਸ਼ਾਇਦ 1 ਮਹੀਨੇ ਦੇ ਲਗਭਗ ਸਮੇਂ 'ਚ ਰਹੇ। ਹਰਮਿੰਦਰ ਸਾਹਿਬ ਹਰ ਰੋਜ਼ ਮੱਥਾ ਟੇਕਣ ਜਾਂਦੇ ਸੀ। ਗੁਰਬਾਣੀ ਔਰ ਨਾਨਕ ਬਾਣੀ ਦੋਨਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਗਏ, ਕਿਉਂਕਿ ਇਹਨਾਂ ਦਾ ਆਪਣੀ ਜ਼ਿੰਦਗੀ ਦਾ ਫਲਸਫਾ ਵੀ ਉਹ ਸਾਰਾ ਦਾ ਸਾਰਾ ਅਧਿਆਤਮਿਕ ਹੈ, ਆਪਣੀ ਖੋਜ ਹੈ। ਜਿਵੇਂ ਬਾਬੇ ਨਾਨਕ ਨੇ ਉਦਾਸੀਆਂ ਦੇਖਿਆ ਕਿ ਆਪਣੇ ਉਹ ਲੱਭਣ ਵਾਸਤੇ ਸਾਰੇ ਦੁਨੀਆ ਦਾ ਭ੍ਰਮਣ ਕੀਤਾ ਉਹਨਾਂ ਨੇ, ਉਹ ਇਹ ਆਪ ਉਸੇ ਰਸਤੇ ਤੇ ਚੱਲੇ ਹੋਏ ਸੀਗੇ। ਇਸ ਕਰਕੇ ਪੰਜਾਬ ਦਾ ਜਿਹੜਾ ਕਨੈਕਸ਼ਨ ਹੈ ਉਹ ਇੱਕ ਕਹਿ ਸਕਦੇ ਹਾਂ ਕਿ ਬੜਾ ਮੀਲ ਪੱਥਰ ਹੈ ਇਹਨਾਂ ਦੀ ਜ਼ਿੰਦਗੀ ਦੇ ਵਿੱਚ। ਜਿਸ ਰਸਤੇ ਤੇ ਤੁਰੇ ਹੋਏ ਸੀ ਉਸ ਰਸਤੇ ਨੂੰ ਹੋਰ ਸੁਗਮ ਬਣਾਉਣ ਵਾਸਤੇ ਵੀ ਔਰ ਹੋਰ ਡੂੰਘਾ ਬਣਾਉਣ ਵਾਸਤੇ ਵੀ ਇਹ ਜਿਹੜਾ ਅੰਮ੍ਰਿਤਸਰ ਦਾ 1.5 ਮਹੀਨੇ ਦਾ ਇਹਨਾਂ ਦਾ ਇੱਥੇ ਪ੍ਰਵਾਸ ਸੀਗਾ, ਉਹਨੇ ਬੜਾ ਵੱਡੀ ਛਾਪ ਛੱਡੀ। ਗੁਰਬਾਣੀ ਦੇ ਵਿੱਚ, ਨਾਨਕ ਬਾਣੀ ਦੇ ਵਿੱਚ ਜੋ ਕੁਝ ਪੜ੍ਹਿਆ, ਉਹ ਜਿਸ ਦੀ ਤਲਾਸ਼ ਸੀਗੀ ਉਸ ਤਲਾਸ਼ ਹੋਰ ਜਿਹੜੀ ਮੁਖਰ ਹੋ ਗਈ। ਇੱਕ ਅਸੀਂ ਸ਼ਾਇਦ ਇਹ ਗੱਲ ਸੁਣੀ ਹੈ, ਇਹਦੇ ਬਾਰੇ ਤੁਸੀਂ ਤਸਦੀਕ ਕਰਿਓ ਕਿ ਸੱਚ ਹੈ ਜਾਂ ਕਿੱਦਾਂ, ਵੀ ਟੈਗੋਰ ਸਾਹਿਬ ਨੂੰ ਕਿਸੇ ਨੇ ਕਿਹਾ ਕਿ ਤੁਸੀਂ ਪੂਰੇ ਬ੍ਰਹਿਮੰਡ ਦੇ ਬਾਰੇ ਕੁਝ ਲਿਖੋ, ਤਾਂ ਉਹਨਾਂ ਨੇ ਬੜੀ ਆਜ਼ਜ਼ੀ ਦੇ ਨਾਲ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਹੈ ਨਾ ਪੂਰੀ ਆਰਤੀ ਲਿਖ ਗਏ ਨੇ, ਹੁਣ ਉਸ ਤੋਂ ਉੱਪਰ ਮੈਂ ਕੀ ਲਿਖ ਰਿਹਾ। ਬਿਲਕੁਲ ਸਹੀ ਗੱਲ ਹੈ। ਕੀ ਸੱਚ ਹੈ? ਬਿਲਕੁਲ ਸੱਚ ਗੱਲ ਹੈ ਕਿ ਜਿਹੜਾ ਆਰਤਾ ਦੀ ਗੱਲ ਹੈ, ਆਰਤੀ ਤੋਂ ਇਲਾਵਾ ਆਰਤਾ ਜਿਹੜਾ ਉਹ ਬਣਾਇਆ, ਉਹਨਾਂ ਨੇ ਜਦ ਗੱਲ ਕੀਤੀ ਕਿ ਹੁਣ ਰੀਸੈਂਟ ਟਾਈਮਸ ਦੇ ਬਾਰੇ ਵੀ ਇਹਦੇ ਵਿੱਚ ਕਾਫੀ ਰਿਸਰਚ ਹੋਈ ਇਸ ਗੱਲ ਤੇ ਕਿ ਤੁਸੀਂ ਉਸ ਬ੍ਰਹਮੰਡ ਦੇ ਬਾਰੇ, ਉਸ ਬ੍ਰਹਮੰਡ ਨੂੰ ਚਲਾਉਣ ਵਾਲਾ ਜਿਹੜੀ ਸ਼ਕਤੀ ਹੈ ਉਹਦੇ ਬਾਰੇ ਕੁਝ ਲਿਖੋ। ਉਹਨਾਂ ਨੇ ਕਿਹਾ ਕਿ ਉਸ ਤੋਂ ਉਹ ਸਭ ਪਹਿਲਾਂ ਹੀ ਲਿਖੀ ਜਾ ਚੁੱਕੀ ਹੈ। ਮੇਰੇ ਕੋਲ ਇੰਨੀ ਤਾਕਤ, ਮੇਰੀ ਕਲਮ ਦੇ ਵਿੱਚ ਇੰਨਾ ਜ਼ੋਰ ਨਹੀਂ ਹੈ ਕਿ ਮੈਂ ਕੁਝ ਹੋਰ ਉਹਦੀ ਪ੍ਰਸ਼ੰਸਾ 'ਚ। ਵੈਸੇ ਇਹ ਜੋ ਮੈਂ ਜ਼ਾਤੀ ਤੌਰ ਤੇ ਕਿਹਾ, ਮੇਰੀ ਜ਼ਾਤ ਹੈ
ਕਿ ਇਹ ਇਹਨਾਂ ਦਾ ਨਿਮਰਤਾ ਵਾਲਾ ਇੱਕ ਬਿਆਨ ਸੀਗਾ, ਕਿਉਂਕਿ ਉਹਨਾਂ ਨੇ ਜੋ ਉਸ ਦੇ ਪ੍ਰਤੀ ਮੇਰੇ ਵੀ ਮਨ 'ਚ ਬੜੀ ਸ਼ਰਧਾ ਹੈ, ਲੇਕਿਨ ਇਹਨਾਂ ਦੀ ਲਿਖਤਾਂ ਦੇ ਵਿੱਚ ਵੀ ਜਿਹੜੀ ਉਹ ਸਭ ਗੱਲਾਂ ਬਾਰ-ਬਾਰ ਉਸ ਤਰੀਕੇ ਦੀਆਂ ਰਿਪੀਟ ਹੁੰਦੀਆਂ ਨੇ। ਅੱਗੇ ਗੱਲਾਂ ਕਰਾਂਗੇ ਤੇ ਮੈਂ ਇਸ ਗੱਲ ਨੂੰ ਕੋਸ਼ਿਸ਼ ਕਰਾਂਗਾ ਹੋਰ ਵੀ। ਆ ਗਏ ਆਪਾਂ ਹੁਣ ਵੀ ਹੁਣ ਦੇ ਲਿਖਤਾਂ ਦੇ ਵਿੱਚ ਗੀਤਾਂਜਲੀ ਜਿਹੜੀ ਉਹ ਸਭ ਤੋਂ ਮਸ਼ਹੂਰ ਗਿਣੀ ਜਾਂਦੀ ਹੈ ਨਾ, ਵਿਦ ਦ ਮਾਈਂਡ ਇਜ਼ ਵਿਦਆਊਟ ਫੇਅਰ। ਔਰ ਆਪਾਂ ਗੱਲ ਕਰੀਏ ਹੁਣ ਗੀਤਾਂਜਲੀ ਦੇ ਬਾਰੇ। ਜਦ ਟੈਗੋਰ ਸਾਹਿਬ ਦੀ ਗੱਲ ਕਰਦੇ ਹਾਂ ਤਾਂ ਜਿਹੜਾ ਪਹਿਲਾ ਹੀ ਦਿਮਾਗ 'ਚ ਆਉਂਦਾ ਅਕਸ ਉਹ ਹੈ ਕਿ ਗੀਤਾਂਜਲੀ ਲਿਖੀ ਹੈ ਇਹਨਾਂ ਨੇ। ਵੈਸੇ ਕਿਉਂਕਿ ਅਸੀਂ ਨਾਟਕ ਵਾਲੇ ਹਾਂ ਤਾਂ ਸਾਡੇ ਤੇ ਦਿਮਾਗ ਦੇ ਵਿੱਚ ਇਹਨਾਂ ਦਾ ਉਹ ਯੰਤਰਿਕੀ ਔਰ ਨਾਟਕ ਵੀ ਆਉਂਦੇ ਨੇ ਸਾਰੇ। ਉਹੀ ਨਾ, ਜਦ ਮਤਲਬ ਕਿ ਜੋ ਕਵਿਤਾਵਾਂ ਦੀ ਗੱਲ ਕਰੀਏ ਤਾਂ ਸ਼ਾਇਦ 2200-2300 ਕਵਿਤਾਵਾਂ ਲਿਖੀਆਂ ਨੇ। ਨਾਟਕਾਂ ਦੀ ਗੱਲ ਕੀਤੀ 17-18 ਨਾਟਕ ਹੈਗੇ। ਜੇ ਉਪਨਿਆਸਾਂ ਦੀ ਗੱਲ ਕਰੀਏ ਬੜੀ ਲੰਬੀ ਲਿਸਟ ਹੈ, ਲੇਕਿਨ ਇੱਕ ਤੁਹਾਡਾ ਪ੍ਰੋਟੋਟਾਈਪ ਬਣ ਜਾਂਦਾ ਹੈ, ਇੱਕ ਤੁਹਾਡੀ ਪਹਿਚਾਨ USP ਬਣ ਜਾਂਦੀ ਹੈ। ਔਰ ਗੀਤਾਂਜਲੀ ਕਿਉਂਕਿ ਨੋਬਲ ਕਨੈਕਸ਼ਨ ਹੈਗਾ, ਇਸ ਕਰਕੇ ਟੈਗੋਰ ਸਾਹਿਬ ਦਾ ਨਾਮ ਆਉਂਦੇ ਸਭ ਪਹਿਲਾਂ ਜ਼ਿਹਨ 'ਚ ਆਉਂਦਾ ਹੈ ਗੀਤਾਂਜਲੀ। ਗੀਤਾਂਜਲੀ ਦਾ ਬੜਾ ਖੂਬਸੂਰਤ ਇਤਿਹਾਸ ਹੈ। ਰਾਈਟਰ ਤਾਂ ਪੈਦਾਇਸ਼ੀ ਸੀਗੇ, ਕਿਉਂਕਿ ਘਰ ਦੇ ਵਿੱਚ ਹੀ ਸੀਗਾ। ਜਦ ਤੱਕ ਲਿਖਣ ਦੇ ਵਿੱਚ ਉਹ ਪ੍ਰਗਟ ਨਹੀਂ ਹੋਏ ਸੀ ਤਦ ਤਾਈਂ ਪੋਇਟ ਨਹੀਂ ਬਣੇ ਸੀਗੇ, ਲੇਕਿਨ ਸੋਚ ਪੋਇਟ ਵਾਲੀ ਸੀ। 8 ਸਾਲ ਦੀ ਪਹਿਲੀ ਉਮਰ ਦੇ ਵਿੱਚ ਪਹਿਲੀ ਕਵਿਤਾ ਲਿਖੀ ਸੀ, 14 ਸਾਲ ਦੀ ਔਰ 17 ਸਾਲ ਦੇ ਵਿੱਚ ਪਹਿਲਾ ਲਘੂ ਕਥਾ ਦਾ ਜਿਹੜਾ ਇਹਨਾਂ ਸੰਕਲਨ ਜਿਹੜਾ ਪਬਲਿਸ਼ ਵੀ ਹੋ ਗਿਆ ਸੀਗਾ। 1910 ਦੇ ਵਿੱਚ ਜਿਹੜੀ ਹੈ ਗੀਤਾਂਜਲੀ ਕਿਤਾਬ ਜਿਹੜੀ ਹੈ ਉਹ ਲਿਖੀ ਗਈ। ਗੀਤਾਂਜਲੀ ਦਾ ਬੇਸਿਕਲੀ ਇਟਸ ਅ ਕਲੈਕਸ਼ਨ ਆਫ ਪੋਇਮਸ ਹੈ। 1910 ਦੇ ਵਿੱਚ ਲਿਖੀ ਔਰ ਬੰਗਲਾ ਦੇ ਵਿੱਚ ਲਿਖੀ, ਔਰ ਇਹਦੇ ਵਿੱਚ ਲਗਭਗ ਕੋਈ 150 ਦੇ ਕਰੀਬ ਕਵਿਤਾਵਾਂ ਦਾ ਸੰਕਲਨ ਹੈ। ਔਰ ਕਵਿਤਾਵਾਂ ਦੀ ਵੀ ਜਿਹੜੀ ਕਵਿਤਾਵਾਂ ਦਾ ਇੱਕ ਮੁਕਤ ਕਵਿਤਾ ਹੁੰਦੀ ਹੈ, ਛੰਦਬੱਧ ਕਵਿਤਾ ਨਹੀਂ ਹੈ, ਉਸ ਤਰ੍ਹਾਂ ਦੀ ਵਰਸ ਸੀਗੀ ਹੈ। ਮੈਨੂੰ ਲੱਗਦਾ ਇੱਕ ਦੋ ਜ਼ਿਕਰ ਵੀ ਤੁਸੀਂ ਕਰਦੇ ਹੋ ਕਿ ਤੁਹਾਨੂੰ ਤਾਂ ਸਾਰੇ ਯਾਦ ਹੀ ਨੇ। ਬਿਲਕੁਲ। ਔਰ ਬੰਗਲਾ ਦੇ ਵਿੱਚ ਜਦ ਲਿਖੀ ਗਈ ਤੇ ਨੈਚੁਰਲੀ ਉਹਦੀ ਰੀਚ ਜਿਹੜੀ ਬੰਗਾਲ ਤੱਕ ਹੀ ਸੀ। ਜਿਹੜੇ ਬੰਗਲਾ ਸਮਝਦੇ ਸੀ, ਪੜ੍ਹਦੇ ਸੀਗੇ। ਉਸ ਤੋਂ ਬਾਅਦ ਉਹ ਹਰ ਭਾਸ਼ਾ 'ਚ ਟ੍ਰਾਂਸਲੇਟ ਕੀਤੀ ਗਈ ਲਗਭਗ। ਜਿਹੜੀ ਗੀਤਾਂਜਲੀ ਨੋਬਲ ਪ੍ਰਾਈਜ਼ ਮਿਲਿਆ ਉਹ ਐਕਚੁਅਲੀ 1912 'ਚ ਇੰਗਲੈਂਡ ਗਏ ਆਪ। ਔਰ ਸਭ ਤੋਂ ਖੂਬਸੂਰਤ ਗੱਲ ਸੀ ਕਿ ਜਿੰਨੀ ਖੂਬਸੂਰਤੀ ਬੰਗਲਾ ਦੇ ਵਿੱਚ ਹੈ ਉਨੀ ਖੂਬਸੂਰਤ ਅੰਦਾਜ਼ ਦੇ ਨਾਲ ਇਹਨੇ ਖੁਦ ਟ੍ਰਾਂਸਲੇਟ ਕੀਤੀ। ਅੱਛਾ, ਖੁਦ ਹੀ ਕੀਤੀ ਹੈ। ਇਹ ਬੜਾ ਵੱਡੀ ਗੱਲ ਹੈ ਕਿ ਬੰਦਾ ਕ੍ਰੀਏਟਿਵ ਵੀ ਹੋਵੇ ਤੇ ਟ੍ਰਾਂਸਲੇਟਰ ਵੀ ਹੋਵੇ, ਦੋਨੋਂ ਭਾਸ਼ਾਵਾਂ ਦੀ ਆਤਮਾ ਨੂੰ ਬਿਲਕੁਲ ਜ਼ਿੰਦਾ ਰੱਖਦੇ ਹੋ। ਤੇ 1912 ਦੇ ਵਿੱਚ ਇੰਗਲੈਂਡ ਗਏ ਤੇ ਉੱਥੇ ਉਹਨਾਂ ਨੇ ਗੀਤਾਂਜਲੀ ਨੂੰ ਟ੍ਰਾਂਸਲੇਟ ਕੀਤਾ ਔਰ ਉੱਥੇ ਉਹ ਛਪੀ ਕਿਤਾਬ। ਔਰ ਉਸ ਟਾਈਮ ਦੇ ਇੰਗਲੈਂਡ ਦੇ ਜਿਹੜੇ ਔਰ ਦੁਨੀਆ ਦੇ ਜਿਹੜੇ ਨਾਮਵਰ ਲੇਖਕ ਸੀਗੇ, ਕ੍ਰੀਏਟਿਵ ਆਰਟਿਸਟ ਸੀਗੇ, ਉਹਨਾਂ ਦੇ ਵਿੱਚ ਇਹਨਾਂ ਦਾ ਉੱਠਣਾ ਬੈਠਣਾ ਸ਼ੁਰੂ ਹੋਇਆ। ਔਰ ਉਹਦੇ ਵਿੱਚ 1912 ਦੇ ਵਿੱਚ ਜਿਹੜੀ ਗੀਤਾਂਜਲੀ ਲਿਖੀ, ਜਿਹੜੀ ਓਰੀਜਨਲ ਬੰਗਲਾ ਦੀ ਗੀਤਾਂਜਲੀ ਹੈ, ਉਹਦੇ ਵਿੱਚੋਂ 53 ਕੋਈ ਪੋਇਮਸ ਸੀਗੀਆਂ। 50 ਪੋਇਮਸ ਜਿਹੜੀਆਂ ਇਹਨਾਂ ਨੇ ਅੱਡ ਟਾਈਮ ਤੇ ਲਿਖੀਆਂ ਹੋਈਆਂ ਸੀ, ਉਹਨਾਂ ਨੂੰ ਸਿਲੈਕਟ ਕਰਕੇ 103 ਪੋਇਮਸ ਨੂੰ ਬਿਤਾ ਕੇ ਗੀਤਾਂਜਲੀ ਦੇ ਕਵਰ ਦੇ ਅੰਦਰ ਛਾਪਿਆ, ਅੰਗਰੇਜ਼ੀ 'ਚ ਛਪੀ। ਔਰ ਵਿਲੀਅਮ ਬਟਲਰ ਯੇਟਸ ਜਿਹੜਾ ਹੈਗਾ, WB ਯੇਟਸ, ਬਹੁਤ ਬੜਾ 20ਵੀਂ ਸ਼ਤਾਬਦੀ ਦਾ ਪੋਇਟ ਹੋਇਆ, ਉਹਨੇ ਉਸ ਤੋਂ ਪ੍ਰਭਾਵਿਤ ਹੋ ਕੇ ਉਹਦਾ ਪ੍ਰੀਫੇਸ ਲਿਖਿਆ, ਇੰਟਰੋਡਕਸ਼ਨ ਲਿਖੀ। ਔਰ ਕੁਝ ਹੋਰ ਨਾਮਵਰ ਲੋਕਾਂ ਨੇ ਉਹਦੇ ਦੇਖਿਆ ਕਿ ਇਹਦੇ ਵਿੱਚ ਜੋ ਗੱਲ ਹੈ ਉਹ ਦਰਸ਼ਨ ਦੀ ਗੱਲ ਹੈ, ਸ਼ਾਇਦ ਇਹ ਨੋਬੈਲ ਪ੍ਰਾਈਜ਼ ਵਾਸਤੇ ਬਹੁਤ ਫਿੱਟ ਕੇਸ ਹੈ, ਉਹਨੂੰ ਰਿਕਮੈਂਡ ਕਰਕੇ ਕੀਤਾ ਗਿਆ। ਕੁਝ ਸੁਣਾ ਦਿਓ 2-4 ਵਰਸ ਤੁਹਾਡੇ ਕੋਲ ਤਾਂ। ਹਾਂ, ਉਹਦੇ 'ਚ ਜਿਹੜੀ ਦਰਸ਼ਨ ਦੇ ਵੀ ਗੱਲ ਕਰੀਏ ਤੇ ਜੇ ਉਸ ਪੱਖੋਂ ਅਸੀਂ ਗੱਲ ਕਰੀਏ, ਜਿਹੜੀ ਇਹਨਾਂ ਦੀ ਇੱਕ ਬੜੀ 11 ਨੰਬਰ ਵਰਸ ਹੈ ਉਹਦੇ 'ਚ ਗੀਤਾਂਜਲੀ, ਲੀਵ ਦਿਸ ਚਾਂਟਿੰਗ ਹੈ। ਅੰਗਰੇਜ਼ੀ ਤਾਂ ਸਾਰਿਆਂ ਨੂੰ ਸ਼ਾਇਦ ਯਾਦ ਹੋਵੇ, ਮੈਨੂੰ ਵੀ ਯਾਦ ਹੈ, ਲੇਕਿਨ ਮੈਂ ਤਾਂ ਜਿਹੜਾ ਫਲਸਫਾ ਹੈ ਪੰਜਾਬੀ ਦਾ ਨਿਚੋੜ ਜ਼ਰੂਰ ਉਹ ਕਹਿੰਦੇ ਕਿ ਲੀਵ ਦਿਸ ਚੈਂਟਿੰਗ ਦਾ ਮਤਲਬ ਹੁੰਦਾ ਜਦ ਆਪਾਂ ਮੰਦਰ 'ਚ ਜਾਂਦੇ ਆ ਜਾਂ ਘਰ ਬੈਠ ਕੇ ਮੈਡੀਟੇਸ਼ਨ ਇਕੱਲੇ 'ਚ ਕਰਦੇ ਆ, ਜੋ ਬੁੱਧਾਨੇ ਆ, ਮੰਤਰ ਗਾਉਂਦੇ ਆ ਜਾਂ ਪਾਠ ਕਰਦੇ ਆ, ਕੋਈ ਤੁਕਾਂ ਬੋਲਦੇ ਆ, ਉਹ ਉਹਨਾਂ ਨੂੰ ਚੈਂਟਿੰਗ ਕਰਨਾ ਕਹਿੰਦੇ। ਤੇ ਉਸ ਵਰਸ ਦੇ ਵਿੱਚ ਉਹ ਕਹਿੰਦੇ ਕਿ ਲੀਵ ਦਿਸ ਚੈਂਟਿੰਗ, ਤੁਸੀਂ ਇੱਕ ਮੰਦਰ ਦੇ ਡਾਰਕ ਕੋਨੇ ਦੇ ਵਿੱਚ ਬੈਠ ਕੇ ਅੱਖਾਂ ਬੰਦ ਕਰਕੇ ਆ ਜਿਹੜੀ ਚੈਂਟਿੰਗ ਕਰ ਰਹੇ ਹੋ ਇਹਨੂੰ ਛੱਡ ਦਿਓ ਔਰ ਅੱਖਾਂ ਖੋਲੋ, ਦੇਖੋ ਕਿ ਰੱਬ ਤੁਹਾਡੇ ਸਾਹਮਣੇ ਨਹੀਂ ਖੜਾ। ਜੇ ਰੱਬ ਦੇਖਣਾ ਹੈ ਤੇ ਖੇਤਾਂ ਦੇ ਵਿੱਚ ਜਾਓ, ਉਹ ਜਿਹੜਾ ਕਾਸ਼ਤਕਾਰ, ਜਿਹੜਾ ਕਿਸਾਨ ਪਸੀਨਾ ਬਹਾ ਰਿਹਾ, ਟਿਲ ਕਰ ਰਿਹਾ, ਟਿਲ ਵਰਡ ਯੂਜ਼ ਕੀਤਾ, ਖੇਤ ਨੂੰ ਜੋਤ ਰਿਹਾ, ਉਹਦੇ ਵਿੱਚ ਰੱਬ ਵਸਦਾ ਹੈ। ਦੂਸਰੇ ਪਾਸੇ ਦੇਖਣਾ ਤਾਂ ਜਿਹੜਾ ਸੜਕ ਬਣ ਰਹੀ ਹੈ, ਉੱਥੇ ਪੱਥਰ ਕੱਟ ਰਿਹਾ, ਢੋ ਰਿਹਾ, ਤੋੜ ਰਿਹਾ, ਉਸ ਇਨਸਾਨ ਦੀ ਪੂਜਾ ਕਰੋ, ਉਹਦੇ ਵਿੱਚ ਰੱਬ ਵਸਦਾ ਹੈ। ਇਹ ਬੜੀ ਖੂਬਸੂਰਤ ਪੋਇਮ ਹੈ ਲੀਵ ਦਿਸ ਚੈਂਟਿੰਗ, ਕਿ ਰੱਬ ਮੰਦਿਰਾਂ 'ਚ ਨਹੀਂ ਹੈ, ਮਸਜਿਦ ਗੁਰਦੁਆਰਿਆਂ 'ਚ ਨਹੀਂ ਹੈ, ਰੱਬ ਖੇਤਾਂ ਦੇ ਵਿੱਚ ਹੈ, ਰੱਬ ਸੜਕ ਦੇ ਵਿੱਚ ਹੈ, ਰੱਬ ਉਹਨਾਂ ਬੰਦਿਆਂ ਦੇ ਵਿੱਚ ਹੈ ਜੋ ਬੰਦੇ ਇਸ ਯੁੱਗ ਦਾ ਨਿਰਮਾਣ ਕਰ ਰਹੇ ਆ, ਸੱਭਿਅਤਾ ਨੂੰ ਅੱਗੇ ਲੈ ਕੇ ਜਾ ਰਹੇ। ਇਸੇ ਕਰਕੇ ਸਾਡੇ ਕੋਲ ਜਦੋਂ ਇਹ ਫਲਸਫਾ ਪਹੁੰਚਦਾ ਹੈ ਤਾਂ ਉਹ ਬਣ ਜਾਂਦੀ ਗੱਲ ਖਲਕ ਮੈਂ ਹੀ ਖਾਲਕ। ਬਿਲਕੁਲ, ਕੀ ਬਾਤ ਹੈ, ਉਹ ਉੱਥੋਂ ਹੀ ਚੱਕੀ ਗੱਲ, ਉਹ ਇਨਫਲੂਐਂਸ ਉੱਥੇ ਦਾ ਆ ਗਿਆ। ਅਨੂਪ ਜੀ, ਅਸੀਂ ਗੀਤਾਂਜਲੀ ਦੇ ਬਾਰੇ ਗੱਲ ਕੀਤੀ, ਮੈਨੂੰ ਯਾਦ ਆਉਂਦਾ ਮੁਕਤ ਧਾਰਾ, ਕਿਉਂਕਿ ਉਹ ਨਾਟਕ ਵੀ ਬੜਾ ਜ਼ਬਰਦਸਤ ਹੈ, ਬਹੁਤ ਕਮਾਲ ਦਾ।
ਬਹੁਤ ਸਾਰੀਆਂ ਰਚਨਾਵਾਂ ਨੇ, ਬਹੁਤ ਸਾਰੀਆਂ, ਔਰ ਇਹਨਾਂ ਦੇ ਬਾਰੇ ਸਾਰੀ ਗੱਲ ਤਾਂ ਹੋ ਨਹੀਂ ਸਕਦੀ ਜੀ। ਆਪਾਂ ਪ੍ਰੋਗਰਾਮ ਦੇ ਵਿੱਚ ਕਿਉਂਕਿ ਜੀਵਨ ਦੇ ਫਲਸਫੇ ਦੀ ਗੱਲ ਕਰ ਰਹੇ ਹਾਂ, ਔਰ ਜੀਵਨ ਨੂੰ ਬਚਣਾ ਇਹਨੇ ਥੋੜੇ ਸਮੇਂ 'ਚ ਪੋਸੀਬਲ ਸੰਭਵ ਨਹੀਂ ਹੈ ਜੀ। ਇਨਾਮ ਦੀ ਗੱਲ ਕਰਦੇ ਹਾਂ, ਜੀ। ਨੋਬਲ ਪ੍ਰਾਈਜ਼ ਮਿਲਿਆ, ਕਿੱਦਾਂ ਮਿਲਿਆ? ਸ਼ਾਇਦ ਸਾਡੇ ਕੋਲ ਫੋਟੋਗ੍ਰਾਫਸ ਵੀ ਹੋਣ। ਜੀ ਜੀ। ਗੱਲ ਗੀਤਾਂਜਲੀ ਚੱਲ ਰਹੀ ਸੀ 1912 ਚ ਜਦ ਗਏ ਇੰਗਲੈਂਡ, ਔਰ ਉੱਥੇ ਗੀਤਾਂਜਲੀ ਦੇ ਉੱਪਰ ਭਰਪੂਰ ਚਰਚਾ ਹੋਈ, ਔਰ WB ਯੇਟਸ ਦੀ ਇੰਟਰੋਡਕਸ਼ਨ ਨੇ ਬੜਾ ਵੱਡਾ ਕੰਮ ਕੀਤਾ ਨੈਚੁਰਲ, ਕਿਉਂਕਿ ਉਹ ਵੈਸੇ ਤਾਂ ਅੱਜ ਵੀ ਉਹ ਹੈ ਕਿ ਜੇ ਕਿਸੇ ਚੀਜ਼ ਦੇ ਉੱਪਰ ਕਿਸੇ ਦੂਸਰੇ ਕੰਟਰੀ ਦੀ ਮੋਹਰ ਲੱਗਦੀ ਹੈ ਤਾਂ ਅਸੀਂ ਉੱਥੇ ਜ਼ਿਆਦਾ ਉਹਨੂੰ ਅਹਿਮੀਅਤ ਦਿੰਦੇ ਹਾਂ, ਲੇਕਿਨ ਉਸ ਟਾਈਮ ਤੱਕ ਖੈਰ ਰਾਜ ਹੀ ਉਹਨਾਂ ਦਾ ਸੀਗਾ, ਔਰ ਉਸ ਟਾਈਮ ਅੰਗਰੇਜ਼ਾਂ ਦੀ ਮੋਹਰ ਲੱਗਣੀ, ਇੰਗਲਿਸ਼ ਵਰਲਡ ਦੇ ਵਿੱਚੋਂ ਇਸ ਨੂੰ ਮਕਬੂਲੀਅਤ ਨੂੰ ਹਾਸਲ ਕਰਨਾ ਬੜੀ ਵੱਡੀ ਗੱਲ ਸੀਗੀ, ਔਰ ਉਸ ਕਰਕੇ 1913 ਦੇ ਵਿੱਚ ਫਿਰ ਉਹ ਨੋਬੈਲ ਪ੍ਰਾਈਜ਼ ਮਿਲਿਆ, ਔਰ ਨੋਬੈਲ ਪ੍ਰਾਈਜ਼ ਜਦ ਮਿਲਿਆ ਤੇ ਨੈਚੁਰਲੀ ਸਾਹਿਤ ਦਾ ਪਹਿਲਾ ਏਸ਼ੀਅਨ ਸੀਗਾ, ਪਹਿਲਾ ਨੌਨ ਯੂਰੋਪੀਅਨ ਸੀਗਾ ਕਿ ਜਿਸ ਨੂੰ ਸਾਹਿਤ ਦੇ ਵਿੱਚ ਕੋਈ, ਕਿਉਂਕਿ ਇਸ ਤੋਂ ਉੱਪਰ ਕੋਈ ਪ੍ਰਾਈਜ਼ ਹੈ ਨਹੀਂ, ਇਸ ਤੋਂ ਵੱਡਾ ਕੋਈ ਇਨਾਮ ਨਹੀਂ ਹੈ, ਤੇ ਇਸ ਕਰਕੇ ਸਾਹਿਤ ਦਾ ਐਡਾ ਵੱਡਾ ਇਨਾਮ ਮਿਲਣਾ, ਔਰ ਇੱਕ ਬੜਾ ਕਾਰਨ ਸੀਗਾ ਕਿ ਜਿਸ ਇਨਾਮ ਦੇ ਕਾਰਨ ਜਿਹੜੀ ਹਿੰਦੁਸਤਾਨ ਦੀ ਦਾਰਸ਼ਨਿਕ ਪਰੰਪਰਾ, ਹਿੰਦੁਸਤਾਨ ਦਾ ਜਿਹੜਾ ਅਧਿਆਤਮਵਾਦ ਹੈ ਉਹ ਵੈਸਟ ਦੇ ਵਿੱਚ ਹੋਰ ਉਹਦੀ ਪਕੜ ਬਣੀ। ਜੋ ਗੱਲ ਸਵਾਮੀ ਵਿਵੇਕਾਨੰਦ ਨੇ ਕੀਤੀ, ਜੋ ਗੱਲ ਹੋਰ ਸਾਡੇ ਰਿਸ਼ੀਆਂ ਮੁਨੀਆਂ ਨੇ ਕੀਤੀ, ਉਹ ਇੱਕ ਲੇਖਕ ਨੇ ਆਪਣੀ ਲੇਖਣੀ ਦੇ ਰਾਹੀਂ ਪੂਰੀ ਦੁਨੀਆ ਦੇ ਵਿੱਚ, ਇੱਕ ਬੰਗਾਲ ਤੋਂ ਉੱਠ ਕੇ ਪੂਰੀ ਦੁਨੀਆ ਦੇ ਵਿੱਚ ਉਸ ਗੱਲ ਨੂੰ ਰੀਇਨਫੋਰਸ ਕੀਤਾ, ਰੀਇਨਸਟੇਟ ਕੀਤਾ। ਇਹ ਇੱਕ ਬਹੁਤ ਬੜੀ ਕੰਟਰੀਬਿਊਸ਼ਨ ਹੈ, ਔਰ ਇੱਕ ਬਹੁਤ ਵੱਡੀ ਸਟੈਂਪ ਲੱਗੀ ਸਾਡੀ ਸੋਚ ਦੇ ਉੱਪਰ, ਸਾਡੇ ਦਰਸ਼ਨ ਦੇ ਉੱਪਰ, ਸਾਡੇ ਅਧਿਆਤਮਵਾਦ ਦੇ ਉੱਪਰ। ਜੀ, ਮੈਨੂੰ ਤਾਂ ਹੋਰ ਵੀ ਚੀਜ਼ ਇੱਕ ਨਾ, ਉਹ ਗੂਸ ਬੰਬ ਜਿਹਨੂੰ ਕਹਿੰਦੇ ਤੁਹਾਡੇ ਲੂੰ ਕੰਡੇ ਖੜੇ ਹੋ ਜਾਂਦੇ ਆ ਵੀ ਇੱਕ ਇਨਸਾਨ ਜਿਹਨੂੰ ਐਡੀ ਵੱਡੀ ਉਪਾਧੀ ਮਿਲੀ, ਇਹਦਾ ਸਾਰਾ ਕੁਝ ਹੋਇਆ, ਉਸ ਤੋਂ ਬਾਅਦ 1919 ਦਾ 13 ਅਪ੍ਰੈਲ ਜਲਿਆਂਵਾਲਾ ਬਾਗ ਹੁੰਦਾ, ਔਰ ਉਦੋਂ ਬਾਅਦ ਉਹਨਾਂ ਨੂੰ ਡੀਲਿਟ ਜਾਂ ਡਾਕਟਰੇਟ ਜਾਂ ਉਹਦੀ ਉਪਾਧੀ ਦੇ ਦਿੱਤੀ ਜਾਂਦੀ, ਜਿਹਦੇ ਨਾਲ ਉਹਦਾ ਨਾਮ ਸਰ ਲੱਗਣਾ ਸੀਗਾ, ਲੈਣ ਤੋਂ ਮਨਾ ਕਰ ਦਿੰਦੇ। ਨਹੀਂ ਲਿਆ ਉਹਨਾਂ ਨੇ 1913 ਦੇ ਬਾਅਦ ਜਦ ਗੱਲ ਹੋਈ ਤੇ ਉਹਦੇ ਬਾਅਦ ਹੀ ਹੋਇਆ ਕਿ 1915 ਜਦ ਵਾਪਸ ਆਏ ਤੇ 1915 ਦੇ ਵਿੱਚ ਸਰ ਦੀ ਉਪਾਧੀ ਦੇ ਦਿੱਤੀ, ਨਾਈਟਹੁੱਡ ਦੇ ਦਿੱਤਾ, ਔਰ ਬੜਾ ਵੱਡਾ ਮਾਨ ਸੀਗਾ ਉਸ ਟਾਈਮ, ਸਭ ਤੋਂ ਇਕਲੌਤਾ ਮਾਨ, ਜੋ ਲਿਟਰੇਚਰ ਦਾ ਮਾਨ ਸੀਗਾ ਉਹ ਇੰਗਲਿਸ਼ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਸਭ ਤੋਂ ਵੱਡਾ। ਲੇਕਿਨ 1919 ਦਾ ਜਦ ਸਾਕਾ ਹੋਇਆ, ਇਹਦੇ 'ਚ ਸੈਂਕੜੇ ਲੋਕਾਂ ਨੇ, ਨਿਰਦੋਸ਼ ਲੋਕਾਂ ਨੇ ਆਪਣੀ ਜਾਨ ਗਵਾਈ, ਔਰ ਜੋ ਵਤੀਰਾ ਸੀਗਾ ਉਸ ਟਾਈਮ ਜਿਹੜੀ ਹਕੂਮਤ ਦਾ, ਉਸ ਦੇ ਖਿਲਾਫ ਆਪਣਾ ਰੋਸ ਪ੍ਰਗਟ ਕਰਨ ਵਾਸਤੇ ਉਹਨਾਂ ਨੇ ਉਹ ਵਾਪਸ ਕਰ ਦਿੱਤਾ। ਔਰ ਮੈਨੂੰ ਲੱਗਦਾ ਕਿ ਜਦ ਇਹਨਾਂ ਦਾ ਇਹ ਵੀ ਇੱਕ ਪੁਆਇੰਟ ਹੈ ਕਿ ਇਹਨਾਂ ਦਾ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਕੀ ਸੀਗਾ ਰੋਲ। ਮੈਨੂੰ ਲੱਗਦਾ ਕਿ ਹਰ ਬੰਦੇ ਦਾ ਰੋਲ ਆਪਣੇ ਆਪਣੇ ਢੰਗ ਦੇ ਨਾਲ ਹੀ ਅਦਾ ਕਰਦਾ ਹੈਗਾ, ਤੇ ਸ਼ਾਇਦ ਇਹ ਆਜ਼ਾਦੀ ਦੀ ਮੰਗ ਕਰਨ ਵਾਲੇ ਵਿੱਚੋਂ ਵੀ ਮੋਰੀਆਂ ਚੋਂ ਸੀਗੇ, ਜਿਹੜੇ ਆਜ਼ਾਦੀ ਦੀ ਲੜਾਈ ਲੜ ਰਹੇ ਸੀਗੇ, ਚਾਹੇ ਮਹਾਤਮਾ ਗਾਂਧੀ ਸੀ, ਚਾਹੇ ਬਹੁਤ ਯੰਗ ਸੀ ਇਹਨਾਂ ਤੋਂ ਉਮਰ 'ਚ ਛੋਟੇ ਸੁਭਾਸ਼ ਚੰਦਰ ਬੋਸ, ਉਹਨਾਂ ਦੋਨਾਂ ਨੂੰ। ਜਦੋਂ ਤੁਸੀਂ ਮਹਾਤਮਾ ਗਾਂਧੀ ਕਹਿੰਦੇ ਤਾਂ ਮਹਾਤਮਾ ਦਾ ਟਾਈਟਲ ਵੀ ਸ਼ਾਇਦ ਦੇਣ ਵਾਲੇ ਹੀ, ਬਿਲਕੁਲ। ਜਦ ਮਹਾਤਮਾ ਜੀ ਪਹਿਲੀ ਵਾਰ ਇਹਨਾਂ ਨੂੰ ਮਿਲੇ, ਮਤਲਬ ਕਿ ਉਹ ਵੀ ਪੂਰੇ ਦੇਸ਼ ਦੇ ਵਿੱਚ ਭ੍ਰਮਣ ਕਰ ਰਹੇ ਸੀਗੇ, ਤੇ ਜਦ ਗਾਂਧੀ ਜੀ, ਮੋਹਨਦਾਸ ਕਰਮਚੰਦ ਗਾਂਧੀ ਜੀ ਹੀ ਸੀ ਉਸ ਟਾਈਮ, ਜਦ ਇਹ ਆਮਨੇ ਸਾਹਮਣੇ ਰੂਬਰੂ ਹੋਏ ਤੇ ਇਹਨਾਂ ਨੇ ਉਹਨਾਂ ਨੂੰ ਮਹਾਤਮਾ ਕਹਿ ਕੇ, ਸਾਡੇ ਕੋਲ ਫੋਟੋਗ੍ਰਾਫਸ ਵੀ ਨਜ਼ਰ ਆ ਰਹੀਆਂ ਨੇ। ਜੀ ਜੀ, ਇਹ ਮਹਾਤਮਾ ਗਾਂਧੀ ਜੀ ਦੇ ਨਾਲ ਜਿਹੜਾ ਹੈਗਾ ਵਿਚਾਰ ਵਟਾਂਦਰਾ ਕਰਦੇ ਹੋਏ ਬੜੀ ਖੂਬਸੂਰਤ ਫੋਟੋ ਹੈ, ਔਰ ਮਹਾਤਮਾ ਗਾਂਧੀ ਜੀ ਨੂੰ ਮਹਾਤਮਾ ਕਹਿਣ ਵਾਲੇ ਸਭ ਤੋਂ ਪਹਿਲੇ ਇਹਨਾਂ ਦਾ ਹੀ ਮਤਲਬ ਕਿ, ਔਰ ਮਹਾਤਮਾ ਜੀ ਨੇ ਵੀ ਗੁਰੂ ਰਵਿੰਦਰਨਾਥ ਟੈਗੋਰ ਦੇ ਇਹਨਾਂ ਦੇ ਨਾਮ ਜੇ ਗੁਰੂ ਲੱਗਿਆ ਤੇ ਉਹ ਵੀ ਮਹਾਤਮਾ ਗਾਂਧੀ ਜੀ ਦੀ ਹੀ ਦੇਣ ਹੈ। ਇਸ ਕਰਕੇ ਇਹਨਾਂ ਦਾ ਇੱਕ ਦੂਸਰੇ ਦੇ ਪ੍ਰਤੀ ਬਹੁਤ ਬੜਾ ਸਨਮਾਨ ਵੀ ਹੈ, ਔਰ ਬਹੁਤ ਬੜਾ ਆਦਰ ਵੀ ਹੈਗਾ। ਔਰ ਇਸੇ ਤਰੀਕੇ ਦੇ ਨਾਲ ਜੋ ਆਜ਼ਾਦੀ ਦੀ ਲੜਾਈ ਦੇ ਵਿੱਚ ਜੋ ਗੱਲਾਂ ਕੀਤੀਆਂ ਇਹਨਾਂ ਨੇ ਆਪਣੀ ਲੇਖਣੀ ਦੇ ਰਾਹੀਂ ਕੀਤੀਆਂ, ਲੋਕਾਂ ਨੂੰ ਇਕੱਠੇ ਕਰਨ ਦੀ ਗੱਲ ਸੀ, ਔਰ ਹਾਲਾਂਕਿ ਇੱਕ ਅਲੱਗ ਵੱਡੇ ਪੱਧਰ ਤੇ ਉਹ ਜੁਝਾਰੂਪਨ ਨਹੀਂ ਸੀਗਾ ਕਵਿਤਾਵਾਂ ਦੇ ਵਿੱਚ, ਲੇਕਿਨ ਇਹ ਆਪਣੀ ਹੋਂਦ ਦੀ ਗੱਲ, ਆਪਣੀ ਆਜ਼ਾਦੀ ਦੀ ਗੱਲ, ਆਪਣੀ ਫਰੀडम ਦੀ ਗੱਲ, ਔਰ ਇਸ ਫਰੀडम ਨੂੰ ਮਨੁੱਖੀ ਫਰੀडम ਦੇ ਨਾਲ ਜੋੜ ਕੇ ਜਿਹੜੀ ਗੱਲ ਕੀਤੀ ਉਹਨਾਂ ਨੇ। ਈਵਨ ਜਦ ਸੁਭਾਸ਼ ਚੰਦਰ ਬੋਸ ਜਦ ਉਹਨਾਂ ਨੇ ਦੇਖਿਆ ਕਿ ਇੱਕ ਨਵਾਂ ਨੌਜਵਾਨ ਲੜਕਾ ਜਿਹੜੀ ਦੇਸ਼ ਦੀ ਆਜ਼ਾਦੀ ਦੀ ਬਹੁਤ ਪ੍ਰਖਰਤਾ ਦੇ ਨਾਲ ਔਰ ਆਪਣੇ ਗਰਮ ਤਰੀਕੇ ਦੇ ਨਾਲ, ਜਿਹੜਾ ਕਿ ਮਹਾਤਮਾ ਗਾਂਧੀ ਜੀ ਦੇ ਤਰੀਕੇ ਦੇ ਨਾਲ ਮੇਚ ਨਹੀਂ ਖਾਂਦਾ ਸੀਗਾ, ਇਹਨਾਂ ਨੇ ਉਹਨੂੰ ਵੀ ਗਲਵੱਕੜੀ ਲਾਈ, ਉਹਨੂੰ ਵੀ ਆਸ਼ੀਰਵਾਦ ਦਿੱਤਾ, ਉਹਨੂੰ ਵੀ ਮਤਲਬ ਕਿ ਅੱਗੇ ਤੋਰਿਆ। ਔਰ ਜਿਹੜਾ ਸਰ ਦੀ ਉਪਾਧੀ ਦਾ ਜਿਹੜਾ ਟਾਈਟਲ ਹੈ ਵਾਪਸ ਕਰਨਾ, ਇਹਨਾਂ ਦਾ ਆਪਣੇ ਤਰੀਕੇ ਦੇ ਨਾਲ ਆਜ਼ਾਦੀ ਦੀ ਲੜਾਈ ਦੇ ਵਿੱਚ ਆਪਣਾ ਯੋਗਦਾਨ ਪਾਉਣ ਦਾ ਇੱਕ ਬੜਾ ਵੱਡਾ ਉਦਾਹਰਨ ਹੈ। ਅਸੀਂ ਨਾ ਵਿਗਿਆਨ ਦੀ ਦੁਨੀਆ 'ਚ ਅਕਸਰ ਨਾਮ ਸੁਣਦੇ ਹਾਂ ਐਲਬਰਟ ਆਇਨਸਟਾਈਨ ਜੀ, ਤੇ ਕਹਿੰਦੇ ਐਲਬਰਟ ਆਇਨਸਟਾਈਨ ਵੀ ਇਹਨਾਂ ਨੂੰ ਆਪਣਾ ਗੁਰੂ ਕਹਿੰਦਾ ਸੀ। ਬਿਲਕੁਲ, ਐਲਬਰਟ ਆਇਨਸਟਾਈਨ ਮਤਲਬ ਕਿ ਜਿਹੜੇ ਆਧੁਨਿਕ ਵਿਗਿਆਨ ਹੈ ਉਹਦਾ ਜੇ ਵਨ ਆਫ ਦੀ ਫਾਦਰਸ ਕਿਹਾ ਜਾਏ ਤਾਂ ਕੋਈ ਉਹਦੇ 'ਚ ਕੋਈ ਵੱਡੀ ਅਤਕਥਨੀ ਨਹੀਂ ਹੋਏਗੀ। ਹਾਂ, ਤੇ ਉਸਨੇ ਵੀ ਜਦ, ਕਿਉਂਕਿ ਇਹ ਅੱਜ ਦਾ ਜਿਹੜਾ ਵਿਗਿਆਨਿਕ ਹੈ ਨਾ, ਉਹਦੇ ਦਿਮਾਗ 'ਚ ਹੈ ਕਿ ਵਿਗਿਆਨ ਔਰ ਸਪਿਰਿਚੁਅਲਿਜ਼ਮ ਅਲੱਗ ਹੈ, ਲੇਕਿਨ ਜਿਹੜੇ ਅਸਲੀ ਵਿਗਿਆਨਿਕ ਨੇ ਉਹ ਦੇਖਦੇ ਆ ਇਹ ਸਿੱਕੇ ਦਾ ਦੂਜਾ ਹੀ ਪਹਿਲੂ ਹੈ।
ਤੇ ਇਹ ਗੱਲ ਸਾਡੇ ਜਿਹੜੇ ਰਾਸ਼ਟਰਪਤੀ ਹੋਏ APJ ਅਬਦੁਲ ਕਲਾਮ, ਉਹਨਾਂ ਨੇ ਵੀ ਵਿਚਿੱਤਰ ਵੀਣਾ ਦਾ ਰਗੜਾਧਰ ਅਭਿਆਸ ਕਰਕੇ ਇਹ ਗੱਲ ਨੂੰ ਦੁਬਾਰਾ ਸਮਾਜ ਦੇ ਸਾਹਮਣੇ ਰੱਖਿਆ। ਤੇ ਅਲਬਰਟ ਆਇਨਸਟਾਈਨ ਨੇ ਵੀ ਦੇਖਿਆ ਕਿ ਜੋ ਗੱਲਾਂ ਇਹ ਕਰ ਰਹੇ ਹੈ, ਜਿਹੜੀ ਗੱਲ ਹੈ ਕਿ ਮੈਂ ਵਾਈ, ਹਰ ਚੀਜ਼ ਦਾ ਵਾਈ ਲੱਭਣਾ, ਵਿਗਿਆਨਿਕ ਦਾ ਵੀ ਅਸਲੀ ਕੰਮ ਇਹੀ ਹੈ ਕਿ ਵਟ, ਵੇਅਰ, ਵਾਈ, ਹੂ, ਹੂਜ਼, ਹੂਮ, ਹਾਊ, ਇਹੀ ਵਿਗਿਆਨ ਦੀ ਹੈ ਕਲਪਨਾ ਹੈਗੀ ਹੈ। ਔਰ ਇਹ ਕੰਮ ਤਾਂ ਬੰਦਾ ਆਪਣੀ ਕਵਿਤਾਵਾਂ ਦੇ ਵਿੱਚ ਕਰ ਰਿਹਾ ਹੈਗਾ। ਇਸ ਕਰਕੇ ਉਹਨਾਂ ਨੇ ਰੱਬੀ ਟੈਗੋਰ ਕਿਹਾ ਇਹਨੂੰ, ਜਿਹਦਾ ਕਿ ਹੈਬਰੂ ਦੇ ਮਤਲਬ ਹੁੰਦਾ ਕਿ ਮਾਈ ਗੁਰੂ। ਤੇ ਇਸ ਕਰਕੇ ਗੁਰੂ ਨੂੰ ਕਹਿਣਾ, ਉਹਨੂੰ ਆਪਣਾ ਬੌਸ ਮੰਨਣਾ, ਆਪਣਾ ਲੀਡਰ ਮੰਨਣਾ, ਆਪਣਾ ਮਾਰਗਦਰਸ਼ਕ ਮੰਨਣਾ। ਔਰ ਇਹ ਗੱਲ ਨੂੰ ਸਾਬਿਤ ਕਰਦਾ ਹੈ ਕਿ ਇਹਨਾਂ ਦੀ ਪਰਸਨੈਲਿਟੀ ਜਿਹੜੀ ਹੈ ਵਿਗਿਆਨ ਔਰ ਅਧਿਆਤਮ ਦਾ ਜਿਹੜੀ ਦੋਨੋਂ ਦੁਨੀਆ ਦੀ ਸੁਮੇਲ, ਉਹ ਵੀ ਜਿਹੜਾ ਹੈਗਾ ਇਹਨਾਂ ਦੇ ਦੇਖਣ 'ਚ ਮਿਲਦਾ। ਔਰ ਆਇਨਸਟਾਈਨ ਤੋਂ ਐਡਾ ਵੱਡਾ ਕੰਪਲੀਮੈਂਟ ਮਿਲਣਾ ਮੇਰੇ ਕੋਲ ਬੜਾ ਰੇਅਰ ਹੈ। ਕਿਸੇ ਐਡੀ ਵੱਡੀ ਪਰਸਨੈਲਿਟੀ ਕਿੱਥੋਂ ਅੰਦਾਜ਼ਾ ਸੀ ਸਾਡੇ ਵਾਸਤੇ, ਸਾਡੇ ਭਾਰਤੀਆਂ ਵਾਸਤੇ ਮਾਣ ਹੈ, ਵੱਡਾ ਮਾਣ ਹੈ। ਔਰ ਦਰਸ਼ਕਾਂ ਦੇ ਨਾਲ ਮੈਂ ਇੱਕ ਹੋਰ ਵੀ, ਵੈਸੇ ਤਾਂ ਦਰਸ਼ਕਾਂ ਨੂੰ ਪਤਾ ਹੀ ਹੋਏਗਾ ਵੀ 2 ਦੇਸ਼ਾਂ ਦਾ ਰਾਸ਼ਟਰਗਾਨ ਲਿਖਣਾ ਔਰ ਉਹ ਕਿੱਦਾਂ ਹੋ ਪਾਉਂਦਾ ਹੈ। ਦੇਖੋ ਇਹ ਬੜੀ ਵੱਡਾ ਮਾਣ ਹੁੰਦਾ ਹੈ ਕਿ ਕਿਸੇ, ਮਤਲਬ ਕਿ ਹਿੰਦੁਸਤਾਨ ਵਰਗਾ ਐਡਾ ਵੱਡਾ ਮੁਲਕ, ਉਹਦਾ ਰਾਸ਼ਟਰਗਾਨ ਜਨਗਣ ਮਨ ਉਸ ਦਾ ਮਾਣ ਮਿਲਣਾ, ਕਿ ਉਹਨਾਂ ਦੀ ਲਿਖੀ ਹੋਈ ਲਿਖਤਾਂ ਨੂੰ ਐਜ਼ ਬਤੌਰ ਰਾਸ਼ਟਰਗਾਨ ਅਡਾਪਟ ਕਰ ਲੈਣਾ, ਬਹੁਤ ਵੱਡੀ ਗੱਲ ਹੈ। ਔਰ ਉਧਰ ਬੰਗਲਾਦੇਸ਼ ਆਮਾਰ ਬਾਂਗਲੋ ਕੁਛ ਹੈ ਨਾ, ਆਮਾਰ ਸੋਨਾਰ ਬਾਂਗਲਾ, ਉਹ ਜਿਹੜਾ ਬੰਗਲਾਦੇਸ਼ ਦਾ ਵੀ ਰਾਸ਼ਟਰਗਾਨ ਲਿਖਿਆ, ਜਿਹੜਾ ਆਪਣਾ ਰਾਸ਼ਟਰਗਾਨ ਹੈ ਸਾਸਰ ਜਾਣਦੇ ਹੀ ਹਾਂ, ਜਨਗਣ ਮਨ ਓਰੀਜਨਲੀ ਬੰਗਲਾ 'ਚ ਲਿਖਿਆ ਗਿਆ ਔਰ ਇਹ ਕਾਫੀ ਵੱਡਾ ਸੀਗਾ। ਜਿਹੜਾ ਰਾਸ਼ਟਰਗਾਨ ਦੇ ਤੌਰ ਤੇ ਜਿਹਨੂੰ ਮਾਨਤਾ ਮਿਲੀ, ਜਿਹੜੀ ਕੰਸਟੀਟਿਊਐਂਟ ਅਸੈਂਬਲੀ ਨੇ ਮਾਨਤਾ ਦਿੱਤੀ, ਉਹ ਮਾਡਰਨ ਜਿਹੜਾ ਆਧੁਨਿਕ ਵਰਸ਼ਨ ਹੈ, ਉਹ ਸਾਰੇ ਹਿੰਦੁਸਤਾਨੀਆਂ ਨੂੰ ਜਾਣਦੇ ਆ ਅਸੀਂ। ਉਹਦਾ ਫਿਰ ਇੱਕ ਕੋਡ ਬਣਿਆ, ਉਹਦੇ ਇੱਕ ਤੌਰ ਤਰੀਕੇ ਬਣੇ, ਕਿੰਨੀ ਦੇਰ 'ਚ ਗਾਣਾ ਹੈ, ਕਿਵੇਂ ਗਾਣਾ ਹੈ, ਉਹ ਇਹ ਸਾਰਾ ਮਾਨ ਰਵਿੰਦਰਨਾਥ ਟੈਗੋਰ ਜੀ ਦੀ ਕਲਮ ਨੂੰ ਹੈ। ਤੁਸੀਂ ਬੜੀ ਸੋਹਣੀ ਗੱਲ ਕੀਤੀ ਵੀ ਕਿੰਨੀ ਦੇਰ 'ਚ ਗਾਣਾ, ਕਿੱਦਾਂ ਗਾਣਾ, ਇਹਦੇ ਬਾਰੇ ਬਾਕਾਇਦਾ ਰਵਿੰਦਰ ਸੰਗੀਤ ਪੇਟੈਂਟ ਹੋਇਆ। ਔਰ ਉਹਦਾ ਵੀ ਜਿਹੜਾ ਆਪਾਂ ਜੇ ਰਾਸ਼ਟਰਗਾਨ ਦੀ ਗੱਲ ਕਰ ਰਹੇ ਸੀ, 2 ਦੇਸ਼ਾਂ ਦਾ ਤਾਂ ਬਣਾਇਆ, ਬੰਗਲਾਦੇਸ਼ ਦਾ, ਸ਼੍ਰੀਲੰਕਾ ਦਾ ਵੀ ਜਿਹੜਾ ਰਾਸ਼ਟਰਗਾਨ ਹੈ ਉਹਦੇ ਬਾਰੇ ਵੀ ਕਿਹਾ ਜਾਂਦਾ ਹੈਗਾ ਕਿ ਲਿਖਿਆ ਤਾਂ ਨਹੀਂ ਇਹਨਾਂ ਨੇ, ਲੇਕਿਨ ਇਹਨਾਂ ਦੀ ਲਿਖਤਾਂ ਤੋਂ ਪ੍ਰਭਾਵਿਤ ਹੈ ਔਰ ਕੁਝ ਸ਼ਬਦ ਐਜ਼ ਇਟ ਇਜ਼ ਹੀ ਇਹਨਾਂ ਦੀ ਲਿਖਤਾਂ ਤੋਂ ਲਏ ਗਏ। ਤਾਂ ਤੁਸੀਂ ਇਹ ਕਲਪਨਾ ਕਰਕੇ ਦੇਖੋ, ਇੱਕ ਐਸਾ ਸ਼ਖਸ, ਇੱਕ ਐਸਾ ਲਿਖਾਰੀ ਜਿਹਦੀ ਲਿਖਤਾਂ ਨੂੰ 3 ਦੇਸ਼ਾਂ ਨੇ ਬਤੌਰ, 2 ਤਾਂ ਅਪਰੂਵਡ ਹੀ ਨੇ, ਤੇ ਉਹ ਉਹਨਾਂ ਨੇ ਬਤੌਰ ਆਪਣੇ ਨੈਸ਼ਨਲ ਐਂਥਮ ਵਜੋਂ ਮਾਨਤਾ ਦਿੱਤੀ ਔਰ ਉਹਨੂੰ ਹਮੇਸ਼ਾ ਵਾਸਤੇ ਅਮਰ ਹੋ ਗਿਆ, ਜਦ ਤੱਕ ਦੇਸ਼ ਰਹੂਗਾ। ਔਰ ਹਿੰਦੁਸਤਾਨ ਤਾਂ ਕਹਿੰਦੇ ਕਿ ਹਮੇਸ਼ਾ ਹੀ ਰਹਿਣਾ ਹੈਗਾ। ਮੈਂ ਮਤਲਬ ਕਿਹੜੀ ਗੱਲ ਕਰਾਂ, ਕਿੰਨੀਆਂ ਸਾਰੀਆਂ ਚੀਜ਼ਾਂ ਨੇ। ਹੁਣ ਗੱਲ ਕਰਦੇ ਹਾਂ ਆਪਾਂ ਵਿਸ਼ਵ ਭਾਰਤੀ ਯੂਨੀਵਰਸਿਟੀ ਦੀ, ਜਾਂ ਅਸੀਂ ਜੇ ਉਹਨੂੰ ਦੂਸਰੇ ਤਰੀਕੇ ਦੇ ਨਾਲ ਕਹੀਏ ਤਾਂ ਸ਼ਾਂਤੀ ਨਿਕੇਤਨ ਦੀ। ਜੀ ਕਿਆ ਕਨਸੈਪਟ ਹੈ, ਕਿੱਥੋਂ ਫਲਸਫਾ ਔਰ ਅੱਜ ਦੀ ਮਿਆਰ ਹੈ, ਮਤਲਬ ਐਡੀਆਂ ਵੱਡੀਆਂ ਹਸਤੀਆਂ ਨੇ ਉੱਥੇ ਸਿੱਖਿਆ ਜਾ ਕੇ ਹਾਸਿਲ ਕੀਤੀ ਹੈ। ਇਹ ਜਦ ਸਾਰਾ ਦੇਸ਼ ਘੁੰਮਿਆ, ਸਾਰੀ ਦੁਨੀਆ ਘੁੰਮੀ, ਫਿਰ ਬੰਗਾਲ 'ਚ ਆ ਕੇ ਇਹਨਾਂ ਨੇ ਲੱਗਿਆ ਕਿ ਮੈਂ ਕੋਈ ਬ੍ਰਹਮ ਸਮਾਜ ਦੇ ਨਾਮ ਦੀ, ਕਿਉਂਕਿ ਪਰਿਵਾਰ 'ਚ ਬ੍ਰਹਮ ਸਮਾਜ ਦਾ ਬੋਲਬਾਲਾ ਸੀਗਾ, ਉਹਦੇ ਵਾਸਤੇ ਇੱਕ ਆਸ਼ਰਮ ਦੀ ਸਥਾਪਨਾ ਬੋਲਪੁਰ 'ਚ ਕੋਸ਼ਿਸ਼ ਕੀਤੀ ਇਹਨਾਂ ਨੇ ਕਰਨ ਦੀ। ਔਰ ਕਲਕੱਤਾ ਦੇ ਵਿੱਚ ਜਗ੍ਹਾ ਲੈ ਕੇ ਇੱਕ ਆਸ਼ਰਮ ਬਣਾਉਣ ਦੀ ਕੋਸ਼ਿਸ਼ ਕੀਤੀ, ਫਿਰ ਲੇਕਿਨ ਦੇਖਿਆ ਕਿ ਇਹ ਛੋਟੀ ਗੱਲ ਹੈ, ਇਸ ਨੂੰ ਇੱਕ ਵੱਡੇ ਪੱਧਰ ਤੇ ਲਿਜਾ ਕੇ ਉਹਨਾਂ ਨੇ ਉਹਨੂੰ ਇੱਕ ਜਿਹੜਾ ਹੈ ਸ਼ਾਂਤੀ ਨਿਕੇਤਨ ਦਾ ਰੂਪ ਜਿਹੜਾ ਵਰਤਮਾਨ ਦੇ ਵਿੱਚ ਹੈ, ਉਹ ਬੇਸਿਕਲੀ ਨੀਂਹ ਉੱਥੇ ਹੀ ਰੱਖੀ ਗਈ ਸੀ। ਉਹਨਾਂ ਨੇ ਉੱਥੇ ਕੀ ਕੀਤਾ ਕਿ ਸਿੱਖਿਆ ਪਰੰਪਰਿਕ ਜਿਹੜੀ ਸੀਗੀ ਨਾ ਆਪ ਗ੍ਰਹਿਣ ਕੀਤੀ ਤੇ ਨਾ ਹੀ ਉਹਦੇ ਉਹ ਪ੍ਰੋਪੇਗੇਟ ਕਰਦੇ। ਕਮਰੇ ਚੋਂ ਕੱਢ ਕੇ ਦਰਖਤ ਥੱਲੇ ਲੈ ਕੇ ਆਇਆ, ਅਸਮਾਨ ਦੇ ਥੱਲੇ ਲੈ ਕੇ ਆਇਆ ਰਾਜਾ। ਪੂਰੀ ਕਾਇਨਾਤ ਜਿੱਥੇ ਟੀਚਰ ਵੀ ਜਿਹੜਾ ਹੈ ਡਾਇਰੈਕਟ ਤੁਹਾਨੂੰ ਟੀਚ ਕਰ ਰਿਹਾ ਹੈ, ਜਿਹੜਾ ਕੋਈ ਵਿਚਲਾ ਟੀਚਰ, ਜਿਹੜਾ ਇਨਸਾਨੀ ਟੀਚਰ ਨਹੀਂ ਹੈ, ਕਾਇਨਾਤ ਖੁਦ ਤੁਹਾਨੂੰ ਟੀਚ ਕਰ ਰਹੀ ਹੈ, ਉਹ ਕਨਸੈਪਟ ਲੈ ਕੇ ਆਏ। ਤੁਹਾਡੇ ਤੋਂ ਸੁਣ ਕੇ ਮੈਨੂੰ ਮਤਲਬ ਇੰਨਾ ਅੱਛਾ ਲੱਗ ਰਿਹਾ ਹੈ ਕਿ ਕਾਸ਼ ਮੈਨੂੰ ਵੀ ਬਚਪਨ ਜੇ ਦੁਬਾਰਾ ਮਿਲ ਜਾਵੇ ਤਾਂ ਮੈਂ ਦੌੜ ਜਾ। ਇਹ ਹਰ ਕੋਈ ਜੋ ਟੈਗੋਰ ਨੂੰ ਪਿਆਰ ਕਰਦੇ ਆ, ਜੋ ਟੈਗੋਰ ਦੇ ਫਲਸਫੇ ਨੂੰ ਜਾਣਦੇ ਆ, ਉਹ ਤਾਂ ਸੁਣ ਕੇ ਹੀ ਦੇਖੋ, ਉਹ ਉਹਨਾਂ ਦੇ ਹਰ ਵਿਅਕਤੀ ਦੇ ਮਨ 'ਚ ਟੀਸ ਹੈ। ਹਰ ਵਿਅਕਤੀ ਦੇ ਮਨ 'ਚ ਇਹ ਗੱਲ ਆਉਂਦੀ ਕਿ ਕਾਸ਼ ਮੈਂ ਉਹ ਜਾ ਕੇ ਦੇਖ ਕੇ ਆਵਾਂ, ਉਹ ਜਗ੍ਹਾ ਦੇਖ ਕੇ ਆਵਾਂ, ਉਹਨਾਂ ਚੀਜ਼ਾਂ ਨੂੰ ਛੋਹ ਕੇ ਆਵਾਂ ਜਿੱਥੇ ਉਹ ਗੁਰੂ ਟੈਗੋਰ ਨੇ ਹੱਥ ਲਾਇਆ। ਤੇ ਉਹ ਬਹੁਤ ਬੜਾ ਖੂਬਸੂਰਤ ਇਸ ਤਰ੍ਹਾਂ ਦਾ ਇੱਕ ਜਿਹੜਾ ਐਕਸਪੈਰੀਮੈਂਟ ਆ ਦੁਨੀਆ 'ਚ ਨਿਵੇਕਲਾ ਕਿਤੇ ਨਹੀਂ ਹੋਇਆ ਕਿ ਉੱਥੇ ਸੰਗੀਤ ਵੀ ਸਿਖਾਇਆ ਜਾਊਗਾ, ਉੱਥੇ ਤੁਹਾਨੂੰ ਭਾਸ਼ਾਵਾਂ ਵੀ ਸਿਖਾਈ ਜਾਣਗੀਆਂ, ਉੱਥੇ ਤੁਹਾਨੂੰ ਪਾਰੰਪਰਿਕ ਜਿਹੜੇ ਵਿਸ਼ੇ ਆ ਉਹਨਾਂ ਦਾ ਵੀ ਗਿਆਨ ਕਰਾਇਆ ਜਾਊਗਾ। ਔਰ ਇਹ ਸਾਰੀਆਂ ਕੋਈ ਵੀ ਤੁਸੀਂ ਵਿਸ਼ਾ ਪੜ੍ਹੋ, ਬਾਕੀ ਵਿਸ਼ੇ ਤੁਹਾਡੇ ਆਪਸ਼ਨਲ ਨੇ, ਐਡ ਆਨਸ ਨੇ, ਔਰ ਐਡਾ ਖੂਬਸੂਰਤ ਮਾਹੌਲ ਦੇ ਵਿੱਚ ਤੁਹਾਨੂੰ ਪੜ੍ਹਾਇਆ ਜਾ ਰਿਹਾ ਹੈ ਕਿ ਬਦੋ ਬਦ ਹੀ
ਇਸ ਕਰਕੇ ਜਿਹੜੀ ਤੁਸੀਂ ਗੱਲ ਕੀਤੀ ਦੁਨੀਆ ਹੈ ਹਿੰਦੁਸਤਾਨ ਨੇ ਦੁਨੀਆ ਦੇ ਜਿਹੜੇ ਬਹੁਤ ਉੱਚੇ ਔਰ ਸੁੱਚੇ ਲੋਕ ਪਹੁੰਚੇ ਹੈ ਉਹਨਾਂ ਨੇ ਉੱਥੇ ਆਪਣੀ ਹਾਜ਼ਰੀ ਲਵਾਈ ਹੈ ਔਰ ਅੱਜ ਦੀ ਡੇਟ ਵਿੱਚ ਜਿਹੜੀ ਵਿਸ਼ਵ ਭਾਰਤੀ ਯੂਨੀਵਰਸਿਟੀ ਹੈ ਜਿਹੜੀ ਕਿ ਇੱਕ ਉਸ ਦਾ ਇੱਕ ਐਕਸਟੈਂਸ਼ਨ ਹੈ ਜਿਹੜੀ ਕਿ ਬਹੁਤ 4-6 ਵਿਦਿਆਰਥੀਆਂ ਦੇ ਨਾਲ ਜਿਨ੍ਹਾਂ 'ਚ ਹੁਣ ਆਪਣਾ ਬੇਟਾ ਵੀ ਸ਼ਾਮਿਲ ਸੀ ਯੈਸ ਉਹਦੇ ਨਾਲ ਸ਼ੁਰੂ ਕੀਤੀ ਅੱਜ ਕਿਤੇ 6-7 ਹਜ਼ਾਰ 10 ਹਜ਼ਾਰ ਦੀ ਗੱਲ ਹੈਗੀ ਹੈ ਔਰ ਜੋ ਕੰਮ ਉੱਥੇ ਹੋ ਰਿਹਾ ਸ਼ਾਇਦ ਦੁਨੀਆ 'ਚ ਕਿਤੇ ਨਹੀਂ ਹੈ ਔਰ ਜਿਹੜੀ ਗੱਲ ਰਵਿੰਦਰ ਸੰਗੀਤ ਦੀ ਕੀਤੀ ਹੈ ਉਹ ਵਾਕਈ ਇੱਕ ਨया ਯੋਨਰ ਬਣਿਆ ਕਿਉਂਕਿ ਮਤਲਬ ਕਿ ਮੈਨੂੰ ਲੱਗਦਾ ਕਿ ਮਾਂ ਸ਼ਾਰਦਾ ਦਾ ਇਹਨਾਂ ਦੇ ਉੱਪਰ ਬਹੁਤ ਕਿਰਪਾ ਹੈ ਲਿਖਣੇ ਦੇ ਵਿੱਚ ਬੋਲ ਦੇ ਵਿੱਚ ਸੰਗੀਤ ਦੇ ਵਿੱਚ ਇਨਫੈਕਟ ਮੈਂ ਆਪਣਾ ਜ਼ਾਤੀ ਤਜਰਬਾ ਵੀ ਸਾਂਝਾ ਕਰ ਸਕਦਾ ਹਾਂ ਵੀ ਮੈਨੂੰ ਕਲਕੱਤਾ ਜਦੋਂ ਇੱਕ ਵਾਰੀ ਜਾਣ ਦਾ ਮੌਕਾ ਮਿਲੇ ਬੰਗਾਲ ਤਾਂ ਉੱਥੇ ਚੌਂਕਾਂ ਦੇ ਵਿੱਚ ਬਾਕਾਇਦਾ ਰਵਿੰਦਰ ਸੰਗੀਤ ਦੇ ਉਹ ਸਪੀਕਰ ਲਗਾ ਕੇ ਤੇ ਉਹ ਚੱਲ ਰਿਹਾ ਵੈਸੇ ਹੀ ਚੱਲ ਰਿਹਾ ਬਿਲਕੁਲ ਚੱਲਦੇ ਆ ਜਿੱਦਾਂ ਸਾਡੇ ਇੱਥੇ ਕਈ ਬਹੁਤ ਸਾਰੇ ਸਟੇਟਾਂ ਦੇ ਚੱਲਦਾ ਹੈ ਕਿ ਆਪਣੇ ਕੋਈ ਐਂਥਮ ਵਜਾ ਰਿਹਾ ਕੋਈ ਕੁਝ ਵਜਾ ਰਿਹਾ ਉੱਥੇ ਰਵਿੰਦਰ ਸੰਗੀਤ ਹਰ ਘਰ ਦੇ ਵਿੱਚ ਇੱਕ ਪਰੰਪਰਾ ਹੈ ਇੱਥੇ ਤਾਂ ਜੀਪਾਂ 'ਚ ਉਹੀ ਚੱਲਦਾ ਵੀ ਮੇਰੇ ਪਿੱਛੇ ਪੈਟਰੋਲ ਫੂਕ ਕੇ ਵੀ ਤੁਹਾਨੂੰ ਕੀ ਮਿਲਦਾ ਉੱਥੇ ਲੇਕਿਨ ਉਹ ਖੁਸ਼ਕਿਸਮਤ ਲੋਕ ਨੇ ਮੈਂ ਤਾਂ ਸਮਝਦਾ ਕਿ ਉਹਨਾਂ ਦੇ ਹਰ ਘਰ ਦੇ ਵਿੱਚ ਇੱਕ ਤੁਹਾਨੂੰ ਪਰੰਪਰਾ ਹੈ ਇੱਕ ਤਬਲਾ ਮਿਲੂਗਾ ਇੱਕ ਹਾਰਮੋਨੀਅਮ ਮਿਲੂਗਾ ਹਰ ਬੱਚਾ ਰਵਿੰਦਰ ਸੰਗੀਤ ਗਾ ਰਿਹਾ ਰਵਿੰਦਰ ਸੰਗੀਤ ਇੱਕ ਅਜਿਹਾ ਇੱਕ ਡਿਫਰੈਂਟ ਕਿਸਮ ਦਾ ਇੱਕ ਪ੍ਰਣਾਲੀ ਬਣਾ ਲਈ ਸੰਗੀਤ ਦੀ ਯੋਨਰ ਬਣਾ ਲਿਆ ਔਰ ਜਿਹਦੇ ਵਿੱਚ ਮੈਨੂੰ ਲੱਗਦਾ ਕਿ ਜੇ ਉਹਨੂੰ ਆਤਮਸਾਤ ਜੇ ਹਰ ਆਦਮੀ ਕਰ ਲਵੇ ਤੇ ਸ਼ਾਇਦ ਦੁਨੀਆ ਦੇ ਵਿੱਚ ਜਿੰਨਾ ਦੁੱਖ ਹੈ ਦੁਨੀਆ ਦੇ ਵਿੱਚ ਜਿੰਨੀ ਜੈਲਸੀ ਹੈ ਦੁਨੀਆ ਦੇ ਵਿੱਚ ਜਿੰਨੇ ਇਹ ਜਿਹੜੀਆਂ ਵਾਈਸਿਸ ਹੈਗੀਆਂ ਖਤਮ ਹੋ ਜਾਊਗਾ ਇੱਕ ਬਹੁਤ ਖੂਬਸੂਰਤ ਪ੍ਰੇਮ ਔਰ ਪਿਆਰ ਦਾ ਇੱਕ ਮੁਹੱਬਤ ਦਾ ਜਿਹੜਾ ਹੈਗਾ ਉਸਾਰੂ ਮਾਹੌਲ ਕ੍ਰੀਏਟ ਕਰ ਸਕਦਾ ਕਿਸੇ ਨੇ ਕਿਹਾ ਹੈ ਨਾ ਕਿ ਈश्वर अल्लाह तेरे जहां में नफरत क्यों है जंग है क्यों दिल के दरवाजों पे तालों पे ये जंग है क्यों ਸੋ ਉਹ ਐਦਾਂ ਦੇ ਸਾਰੇ ਤਾਲੇ ਟੁੱਟ ਸਕਦੇ ਆ ਰਵਿੰਦਰ ਸੰਗੀਤ ਨੂੰ ਜੇ ਤੁਸੀਂ ਸਮਝ ਲਿਆ ਪੜ੍ਹ ਲਿਆ ਗਾ ਲਿਆ ਤੁਸੀਂ ਬੰਗਲਾ 'ਚ ਵੀ ਸੁਣੋ ਤੇ ਜੇ ਤੁਹਾਨੂੰ ਬੰਗਲਾ ਨਹੀਂ ਵੀ ਆਉਂਦੀ ਉਹਦੀ ਮਤਲਬ ਕਿ ਸੰਸਕ੍ਰਿਤ ਦੇ ਬਾਅਦ ਬੰਗਲਾ ਇਜ਼ ਦੀ ਮੋਸਟ ਮਿਊਜ਼ੀਕਲ ਲੈਂਗੁਏਜ ਬੇਮਿਸਾਲ ਬਹੁਤ ਖੂਬਸੂਰਤ ਲੈਂਗੁਏਜ ਹੈ ਸਾਨੂੰ ਐਜ਼ ਏ ਪੰਜਾਬੀ ਜਾਂ ਨੌਜਵਾਨ ਕਹਿ ਲਓ ਅਸੀਂ ਪੰਜਾਬੀ ਭਾਸ਼ਾ ਦੇ ਨਾਲ ਜਿਹੜੇ ਜੁੜੇ ਆ ਕੀ ਸੇਧ ਲੈਣੀ ਚਾਹੀਦੀ ਹੈ ਕਿੱਦਾਂ ਸਿੱਖਣਾ ਚਾਹੀਦਾ ਹੈ ਕਈ ਵਾਰੀ ਤੁਹਾਡੇ ਸਾਹਮਣੇ ਕੋਈ ਚੀਜ਼ ਪਈ ਵੀ ਹੁੰਦੀ ਪਰ ਤੁਹਾਨੂੰ ਇਹ ਨਹੀਂ ਪਤਾ ਵੀ ਉਹਦੇ ਤੋਂ ਗ੍ਰਹਿਣ ਕਿੱਦਾਂ ਕਰਨਾ ਹੈ ਜੀ ਤੇ ਤੁਸੀਂ ਚਾਨਣਾ ਪਾਓ ਵੀ ਅਸੀਂ ਕਿੱਦਾਂ ਸਿੱਖ ਸਕਦੇ ਹਾਂ ਦੇਖੋ ਸਿੱਖਣ ਦਾ ਇੱਕ ਬਹੁਤ ਖੂਬਸੂਰਤ ਤਰੀਕਾ ਹੈ ਕਿ ਭਾਸ਼ਾਵਾਂ ਨੂੰ ਜੇ ਤੁਸੀਂ ਕਿਉਂਕਿ ਮੈਂ ਇੱਕ ਭਾਸ਼ਾ ਦਾ ਅਧਿਆਪਕ ਵੀ ਹਾਂ ਅਧਿਆਪਕ ਦਾ ਲਰਨਰ ਵੀ ਹਾਂ ਜੀ ਜੇ ਕਿਸੇ ਵੀ ਭਾਸ਼ਾ ਜਿਹੜੀ ਤੁਹਾਨੂੰ ਲੱਗਦਾ ਹੈ ਫੋਰ ਐਗਜ਼ਾਮਪਲ ਚਾਈਨੀਜ਼ ਹੀ ਸਮਝਦੇ ਆ ਕਿ ਚਾਈਨੀਜ਼ ਦੀ ਜਿਹੜੀ ਇਬਾਰਤ ਹੈ ਬੜੀ ਔਖੀ ਹੈ ਸਮਝ ਨਹੀਂ ਆਉਂਦੀ ਹੈਗੀ ਲੇਕਿਨ ਜੇ ਤੁਸੀਂ ਉਸ ਨੂੰ ਵੀ ਜੇ ਬਾਰ-ਬਾਰ ਦੇਖੋਗੇ ਕਿਤੇ ਨਾ ਕਿਤੇ ਤੁਹਾਨੂੰ ਜਿਹੜੀ ਭਾਸ਼ਾ ਤੁਹਾਡੀ ਤੁਸੀਂ ਮਾਂ ਦੇ ਦੁੱਧ ਦੇ ਨਾਲ ਸਿੱਖੀ ਹੈ ਉਹਦੇ ਵਿੱਚ ਕੁਝ ਨਾ ਕੁਝ ਸਮਾਨਤਾ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਭਾਸ਼ਾ ਜਿਹੜਾ ਹੈ ਇੱਕ ਮਨੁੱਖੀ ਐਕਸਪ੍ਰੈਸ਼ਨ ਹੈ ਉਹ ਚਾਈਨਾ 'ਚ ਪੈਦਾ ਹੋਇਆ ਕਿ ਸਾਡੇ ਪੰਜਾਬ 'ਚ ਹੋਇਆ ਜਾਂ ਅਮਰੀਕਾ 'ਚ ਹੋਇਆ ਕਿਤੇ ਵੀ ਉਹ ਮਨੁੱਖ ਨੇ ਆਪਣੀ ਗੱਲ ਨੂੰ ਕਹਿਣ ਦੀ ਜਿਹੜੇ ਇੱਕ ਮੀਡੀਅਮ ਬਣਾਇਆ ਇਸ ਕਰਕੇ ਉਸ ਮੀਡੀਅਮ ਦੇ ਵਿੱਚ ਹਰ ਕੋਈ ਭਾਸ਼ਾ ਹੈ ਜਿੰਨੀ ਮਰਜ਼ੀ ਸੌਖੀ ਆ ਔਖੀ ਹੈ ਲਿਖਣ 'ਚ ਬੋਲਣ 'ਚ ਕਿਤੇ ਨਾ ਕਿਤੇ ਸਮਾਨਤਾ ਮਿਲਦੀ ਹੈ ਯਾਨੀ ਪੜ੍ਹੀਏ ਤੇ ਫਿਰ ਅਸੀਂ ਸਿੱਖ ਸਕਦੇ ਹਾਂ ਪੜ੍ਹ ਕੇ ਵੀ ਔਰ ਸੁਣ ਕੇ ਵੀ ਬਹੁਤ ਖੂਬਸੂਰਤ ਪੜ੍ਹਨਾ ਤਾਂ ਬਾਅਦ 'ਚ ਬੱਚਿਆਂ ਨੂੰ ਆਉਂਦਾ ਸੁਣ ਕੇ ਹੀ ਸਭ ਕੁਝ ਸਿੱਖਦਾ ਹੈ ਮੈਨੂੰ ਇਦਾਂ ਲੱਗਦਾ ਹੈ ਕਿ ਅੱਜ ਦੇ ਇਸ ਪ੍ਰੋਗਰਾਮ ਵਿੱਚ ਬਹੁਤ ਥੋੜੇ ਸਮੇਂ ਦੇ ਵਿੱਚ ਅਸੀਂ ਐਡੀ ਵੱਡੀ ਸ਼ਖਸੀਅਤ ਦਾ ਜ਼ਿਕਰ ਜਿਸ ਢੰਗ ਨਾਲ ਕੀਤਾ ਔਰ ਜਿਸ ਤਰੀਕੇ ਤੁਸੀਂ ਬਿਆਨ ਕੀਤਾ ਕੁਝ ਮੈਨੂੰ ਲੱਗਦਾ ਵੀ ਉਹ ਟੈਗੋਰ ਸਾਡੇ ਸਾਹਮਣੇ ਤੁਸੀਂ ਸਾਰਥਕ ਕਰ ਦਿੱਤੇ ਨੇ ਕਮਾਲ ਹੀ ਕੀਤਾ ਮੈਂ ਆਪਣੀ ਪੂਰੀ ਟੀਮ ਦੂਰਦਰਸ਼ਨ ਦੇ ਵੱਲੋਂ ਔਰ ਤੁਹਾਡਾ ਪੂਰਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਨੂੰ ਐਡੀ ਵੱਡੀ ਸ਼ਖਸੀਅਤ ਦੇ ਇੰਨੇ ਬਰੀਕ ਪਹਿਲੂਆਂ ਦੇ ਨਾਲ ਜਾਣੂ ਕਰਵਾਇਆ ਜ਼ਾਹਿਰ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਅਜੇ ਵੀ ਬਚ ਗਈਆਂ ਹੋਣਗੀਆਂ ਉਹਦੇ ਵਾਸਤੇ ਅਸੀਂ ਅੱਗੋਂ ਤੁਹਾਨੂੰ ਜ਼ਰੂਰ ਸੱਦਾ ਦੇਵਾਂਗੇ ਤਾਂ ਕਿ ਤੁਸੀਂ ਸਾਡੇ ਕੋਲ ਆ ਸਕੋ ਫਿਲਹਾਲ ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਜੋ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਤਹਿ ਦਿਲੋਂ ਤੁਹਾਡਾ ਸਾਡੀ ਪੂਰੀ ਟੀਮ ਵੱਲੋਂ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਜੀ ਥੈਂਕ ਯੂ ਵੈਰੀ ਮਚ ਥੈਂਕ ਯੂ ਧੰਨਵਾਦ ਪਾਣੀਆਂ ਦੀ ਧਰਤੀ ਪੰਜਾਬ ਮਿੱਤਰੋ ਦੁਨੀਆ ਤੇ ਦਾ ਨਹੀਂ ਜਵਾਬ ਮਿੱਤਰੋ ਪੰਜਾਬੀਆਂ ਦੀ ਹਰ ਪਾਸ ਹੋਈ ਬੱਲੇ ਬੱਲੇ ਰੋਬ ਵੱਖਰਾ ਇਹਨਾਂ ਦਾ ਨਵਾਬ ਵਰਗਾ ਨਹੀਂ ਲੱਭਣਾ ਨਹੀਂ